ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 465 ਤੇ ਉੱਤੋਂ 4 ਪੰਕਤੀਆਂ ਛੱਡ ਕੇ ਹੈ। ਸ਼ਲੋਕ ਮਹਿਲਾ ਪਹਿਲਾ। ਘੜੀਆਂ ਸਭੇ ਗੋਪੀਆਂ, ਪਹਿਰ ਕੰਨ ਗੋਪਾਲ, ਕਹਿਣੇ ਪੌਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਧਨ, ਵਰਤਨ ਸਰਬ ਜੰਜਾਲ, ਨਾਨਕ ਮੁਸੈ ਗਿਆਨ ਵਿਹੂਣੀ, ਖਾਏ ਗਿਆ ਜਮ ਕਾਲ। ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਘੜੀਆਂ 22.5 ਮਿੰਟ ਨੂੰ ਇੱਕ ਘੜੀ ਕਹਿੰਦੇ ਨੇ। 22.5 ਮਿੰਟਾਂ ਦੀ ਘੜੀ ਹੁੰਦੀ ਹੈ। 64 ਘੜੀਆਂ ਦਾ ਇੱਕ ਦਿਨ ਰਾਤ ਬਣਦਾ ਹੈ। ਘੜੀਆਂ ਸਭੇ ਗੋਪੀਆਂ, ਇਹ ਸਾਰੀਆਂ ਜਿਹੜੀਆਂ ਗੋਪੀਆਂ ਨੇ ਕ੍ਰਿਸ਼ਨ ਮਹਾਰਾਜ ਦੀਆਂ ਚੇਲੀਆਂ ਜਿਹੜੀਆਂ ਸਨ, ਐ ਸਮਝੋ ਇਹ ਘੜੀਆਂ ਨੇ। ਪਹਿਰ ਕੰਨ ਗੋਪਾਲ, ਪਹਿਰ 3 ਘੰਟਿਆਂ ਨੂੰ ਕਹਿੰਦੇ ਨੇ। ਜਿਵੇਂ 8 ਪਹਿਰ ਹੁੰਦੇ ਦਿਨ ਰਾਤ 'ਚ, 3-3 ਘੰਟਿਆਂ ਦੇ ਪਹਿਰ। ਕੰਨ ਮੈਨੇ ਕ੍ਰਿਸ਼ਨ, ਗੋਪਾਲ ਗਵਾਲੇ। ਸਾਰੀਆਂ ਘੜੀਆਂ ਇਸ ਤਰ੍ਹਾਂ ਨੇ ਜਿਵੇਂ ਗੋਪੀਆਂ ਹੋਣ, ਅਤੇ ਜਿਹੜੇ ਪਹਿਰ ਬਣਾਏ ਨੇ ਪਰਮਾਤਮਾ ਨੇ, ਇਹ ਸਮਝੋ ਕ੍ਰਿਸ਼ਨ ਮਹਾਰਾਜ ਅਤੇ ਉਹਦੀਆਂ ਗੋਪਾਲ ਨੇ, ਗੋਪੀਆਂ ਅਤੇ ਗੋਪਾਲ ਇਹ ਗਵਾਲੇ ਨੇ। ਗੋ ਧਰਤੀ ਨੂੰ ਵੀ ਕਹਿੰਦੇ ਨੇ ਅਤੇ ਗਊ ਨੂੰ ਵੀ ਕਹਿੰਦੇ ਨੇ। ਗੋਪਾਲ ਗਊਆਂ ਨੂੰ ਪਾਲਣ ਵਾਲੇ। ਉਹਨਾਂ ਦੀ ਘਰ ਵਾਲੀਆਂ ਹੋ ਗਈਆਂ ਗੋਪੀਆਂ। ਕਹਿੰਦੇ ਸਾਰੀਆਂ ਜਿਹੜੀਆਂ ਘੜੀਆਂ ਨੇ ਇਹ ਗੋਪੀਆਂ ਸਮਝੋ, ਜਿਹੜੇ ਪਹਿਰ ਨੇ ਇਹ ਕ੍ਰਿਸ਼ਨ ਮਹਾਰਾਜ ਦੇ ਗਵਾਲੇ ਸਮਝੋ। ਗਹਿਣੇ ਪੌਣ ਪਾਣੀ ਬੈਸੰਤਰ, ਗੋਪੀਆਂ ਨੇ ਜਿਹੜੇ ਗਹਿਣੇ ਪਾਏ ਹੋਏ ਨੇ ਇਹ ਸਮਝੋ ਹਵਾ ਹੈ, ਪਾਣੀ ਹੈ, ਅੱਗ ਹੈ। ਬੈਸੰਤਰ ਅੱਗ, ਪਰਮਾਤਮਾ ਨੇ ਹਵਾ ਪੈਦਾ ਕੀਤੀ ਹੈ, ਪਾਣੀ ਵੀ ਹੈ, ਬੈਸੰਤਰ ਅੱਗ ਹੈ। ਇਹ ਸਮਝੋ ਸਾਰੇ ਗਹਿਣੇ ਨੇ। ਚੰਦ ਸੂਰਜ ਅਵਤਾਰ, ਕ੍ਰਿਸ਼ਨ ਮਹਾਰਾਜ ਅਤੇ ਰਾਮਚੰਦਰ ਜੀ, ਇਹਨਾਂ ਨੂੰ ਚੰਨ ਅਤੇ ਸੂਰਜ ਅਵਤਾਰ ਕਹਿੰਦਾ। ਚੰਦਰਵੰਸ਼ੀ ਸੂਰਜਵੰਸ਼ੀ ਨੇ। ਚੰਦ ਸੂਰਜ ਸਮਝੋ ਅਵਤਾਰ ਨੇ। ਸਗਲੀ ਧਰਤੀ ਮਾਲ ਧਨ, ਸਾਰੀ ਧਰਤੀ ਹੈ ਸਮਝੋ ਧਨ ਦੌਲਤ ਉਹਨਾਂ ਦਾ। ਵਰਤਨ ਸਰਬ ਜੰਜਾਲ, ਅਤੇ ਜੋ ਵਰਤ ਵਰਤਾ ਹੈ ਉਹ ਸਾਰੇ ਝੰਜਟ ਹੈ। ਸੰਸਾਰਿਕ ਝੰਜਟ ਨੂੰ ਜੰਜਾਲ ਕਹਿੰਦੇ ਨੇ। ਇਹ ਸਾਰਾ ਸੰਸਾਰ ਝੰਜਟ ਹੈ ਸਮਝੋ, ਇਹ ਵਰਤਣ ਵਾਲੀਆਂ ਚੀਜ਼ਾਂ ਹਨ। ਧਰਤੀ ਜਿਹੜੀ ਹੈ ਇਹਨੂੰ ਮਾਲ ਧਨ ਸਮਝੋ, ਅਤੇ ਜਿਹੜਾ ਵਰਤ ਵਰਤਾ ਹੈ ਉਹ ਜੰਜਾਲ ਸਮਝੋ। ਨਾਨਕ ਮੁਸੈ ਗਿਆਨ ਵਿਹੂਣੀ ਹੈ, ਗਿਆਨ ਤੋਂ ਬਿਨਾਂ ਇਨਸਾਨ ਨੇ, ਅਗਿਆਨੀ ਨੇ। ਵਿਹੂਣਾ ਹੁੰਦਾ ਬਿਨਾਂ, ਮੁਸਾ ਹੁੰਦਾ ਠੱਗਿਆ ਜਾਣਾ, ਲੁੱਟਿਆ ਜਾਣਾ। ਇਹ ਜਿਹੜੀ ਲੁਕਾਈ ਹੈ, ਜੋ ਲੋਕ ਨੇ ਇਹ ਗਿਆਨ ਵਿਹੂਣੇ ਨੇ, ਇਸ ਲਈ ਮਾਇਆ ਦੇ ਹੱਥੋਂ ਲੁੱਟੇ ਜਾ ਰਹੇ ਹਨ। ਖਾਏ ਗਿਆ ਜਮ ਕਾਲ, ਕਾਲ ਮੌਤ, ਮੌਤ ਦਾ ਜਮ ਫਿਰ ਇਹਨਾਂ ਨੂੰ ਖਾ ਜਾਂਦਾ ਹੈ ਕਿ ਉਹ ਨਾਮ ਨਹੀਂ ਜਪਦੇ। ਇਹ ਨਾਮ ਨਾ ਜਪਣ ਕਾਰਨ ਫਿਰ ਅਖੀਰ ਨੂੰ ਮੌਤ ਦੇ ਮੂੰਹ ਪੈਂਦੇ ਹਨ। ਕਿਉਂ ਨਹੀਂ ਨਾਮ ਜਪਦੇ? ਗਿਆਨ ਵਿਹੂਣੇ ਨੇ। ਜਦ ਗਿਆਨ ਹੀ ਨਹੀਂ ਹੈਗਾ, ਗਿਆਨ ਆਉਂਦਾ ਹੈ ਗੁਰੂ ਕੋਲ ਆ ਕੇ। ਜਿਹੜੇ ਬਾਣੀ ਪੜ੍ਹਦੇ ਨੇ, ਬਾਣੀ ਪੜ੍ਹਨਾ ਗੁਰੂ ਨਾਲ ਗੱਲਾਂ ਕਰਨਾ। ਗੁਰੂ ਮਹਾਰਾਜ ਗੱਲਾਂ ਕਰਦੇ ਨੇ। ਸਾਨੂੰ ਇਸ ਗੱਲ ਦੀ ਸਮਝ ਨਹੀਂ, ਅਸੀਂ ਗੁਰੂ ਨਾਲ ਗੱਲਾਂ ਨਹੀਂ ਅਸੀਂ ਕਰਦੇ, ਅਸੀਂ ਉਹ ਪੜ੍ਹੀ ਜਾਂਦੇ ਹਾਂ।
ਜਦ ਬਾਣੀ ਪੜ੍ਹੋ ਤਾਂ ਦੇਖੋ ਗੁਰੂ ਮਹਾਰਾਜ ਤਾਂ ਤੁਹਾਡੇ ਗੱਲਾਂ ਕਰ ਰਹੇ ਨੇ। ਗੁਰੂ ਮਹਾਰਾਜ ਕਹਿ ਰਹੇ ਜਿਹੜਾ ਤੁਸੀਂ ਇਹ ਗੋਪੀਆਂ ਬਣਦੇ ਹੋ ਨਾ, ਬਾਜ਼ਾਰਾਂ 'ਚ ਫਿਰਦੇ ਹੋ ਉਹਨਾਂ ਦੀ ਨਕਲਾਂ ਕਰਦੇ ਹੋਏ, ਇਹ ਤਾਂ ਸਮਝੋ ਘੜੀਆਂ ਨੇ। ਆ ਤੁਸੀਂ ਕ੍ਰਿਸ਼ਨ ਬਣੇ ਹੋਏ ਹੋ, ਉਹਦੇ ਤੁਸੀਂ ਗਵਾਲੇ ਹੋ, ਇਹ ਸਮਝੋ ਪਹਿਰ ਨੇ। ਜਿਹੜੇ ਤੁਸੀਂ ਗੋਪੀਆਂ ਨੇ ਗਹਿਣੇ ਪਾਏ ਹੋਏ ਨੇ, ਐ ਸਮਝੋ ਪੌਣ ਪਾਣੀ ਬਸੰਤਰ ਹੈ। ਆ ਜਿਹੜੇ ਅਵਤਾਰਾਂ ਨੂੰ ਤੁਸੀਂ ਮੰਨਦੇ ਹੋ, ਸਮਝੋ ਚੰਦ ਅਤੇ ਸੂਰਜ ਨੇ। ਜਿਹੜਾ ਤੁਸੀਂ ਧਨ ਦੌਲਤ ਆਪਣਾ ਸਮਝਦੇ ਹੋ, ਸਾਰੀ ਧਰਤੀ ਪਰਵਤ ਧਨ ਦੌਲਤ ਹੀ ਹੈ। ਜੇ ਤੁਸੀਂ ਵਰਤ ਰਹੇ ਹੋ, ਇਹ ਸਾਰਾ ਜੰਜਾਲ ਹੈ। ਅਜਿਹਾ ਕਿਉਂ ਹੈ? ਕਿਉਂਕਿ ਲੋਕਾਈ ਜਿਹੜੇ ਗਿਆਨ ਵਿਹੂਣੀ ਹੈ, ਇਸ ਲਈ ਮਾਇਆ ਦੇ ਹੱਥੋਂ ਇਹ ਲੁੱਟੀ ਜਾ ਰਹੀ ਹੈ। ਨਾਮ ਜਪਦੇ ਨਹੀਂ ਹੈਗੇ, ਇਸ ਲਈ ਮੌਤ ਇਹਨਾਂ ਨੂੰ ਖਾ ਜਾਂਦੀ ਹੈ। ਮਹਿਲਾ ਪਹਿਲਾ। ਵਾਰ ਦੇ ਵਿੱਚ ਕੀ ਹੁੰਦਾ? ਪਹਿਲਾਂ ਦਾ ਜਿਵੇਂ ਸ਼ਲੋਕ ਮਹਿਲਾ ਪਹਿਲਾ, ਫਿਰ ਇਕੱਲਾ ਮਹਿਲਾ ਪਹਿਲਾ, ਫਿਰ ਪੌੜੀ ਹੁੰਦੀ ਹੈ। ਕਈ ਵਾਰੀ ਹੁਕਮਨਾਮਾ ਜਾਂਦਾ ਵਾਰ ਦਾ, ਤਾਂ ਪਹਿਲਾਂ ਸ਼ਲੋਕ ਪੜ੍ਹਨਾ ਹੁੰਦਾ, ਸ਼ਲੋਕ ਮਹਿਲਾ ਪਹਿਲਾ ਜਾਂ ਪੰਜਵਾਂ ਚੌਥਾ ਜੋ ਵੀ ਹੈਗਾ। ਉਸ ਤੋਂ ਬਾਅਦ ਫਿਰ ਇਕੱਲਾ ਮਹਿਲਾ ਪਹਿਲਾ ਹੁੰਦਾ, ਫਿਰ ਉਸ ਤੋਂ ਅੱਗੇ ਫਿਰ ਪੌੜੀ ਹੁੰਦੀ ਹੈ। ਜਿੱਥੇ ਜਾ ਕੇ ਪੌੜੀ ਮੁੱਕਦੀ ਹੈ, ਅਸਲ ਹੁਕਮਨਾਮਾ ਉੱਥੇ ਜਾ ਕੇ ਮੁੱਕਦਾ ਹੈ। ਮਹਿਲਾ ਪਹਿਲਾ। ਵਾਇਨ ਚੇਲੇ ਨੱਚਨ ਗੁਰ, ਪੈਰ ਹਿਲਾਇਨ ਫੇਰਨ ਸਿਰ, ਉੱਡ ਉੱਡ ਰਾਵਾ ਝਾਟੈ ਪਾਏ, ਵੇਖੈ ਲੋਕ ਹੱਸੈ ਘਰ ਜਾਏ, ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾੜੈ ਧਰਤੀ ਨਾਲ, ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ, ਨਿਰਭਉ ਨਿਰੰਕਾਰ ਸਚ ਨਾਮ, ਜਾ ਕਾ ਕੀਆ ਸਗਲ ਜਹਾਨ। ਸੇਵਕ ਸੇਵੇਂ ਕਰਮ ਚੜਾਓ, ਭਿੰਨੀ ਰੈਨ ਜਿਨਾ ਮਨ ਚਾਓ, ਸਿੱਖੀ ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ, ਕੋਲੂ ਚਰਖਾ ਚੱਕੀ ਚੱਕ, ਥਾਲ ਬਾਰੋਲੇ ਬਹੁਤ ਅਨੰਤ, ਲਾਟੂ ਮਧਾਣੀਆਂ ਅਨਗਾਹ, ਪੰਖੀ ਭੌਂਦੀਆਂ ਲੈਣ ਨਾ ਸਾਹ, ਸੂਏ ਚੜ੍ਹ ਭਵਾਈਆਂ ਜੰਤ, ਨਾਨਕ ਭੌਂਦਿਆਂ ਗਣਤ ਨਾ ਅੰਤ, ਬੰਧਨ ਬੰਧ ਭਵਾਏ ਸੋਏ, ਪੈ ਕਿਰਤ ਨਚੈ ਸਭ ਕੋਏ, ਨਚ ਨਚ ਹੱਸੈ ਚਲਹਿ ਸੇ ਰੋਏ, ਉੱਡ ਨਾ ਜਾਹੀਂ ਸਿੱਧ ਨਾ ਹੋਹੇ, ਨਚਨ ਕੁਦਨ ਮਨ ਕਾ ਚਾਓ, ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ। ਵਾਇਨ ਚੇਲੇ। ਵਾਇਨ ਹੁੰਦਾ ਵਜਾਉਣਾ, ਚੇਲੇ ਵਾਜੇ ਵਜਾ ਰਹੇ ਨੇ। ਤੁਸੀਂ ਕਈ ਵਾਰੀ ਦੇਖਿਆ ਹੋਣਾ ਬਾਜ਼ਾਰ 'ਚ ਸਵਾਂਗੀ ਆਉਂਦੇ ਨੇ, ਕਈ ਵਾਰੀ ਹਨੂੰਮਾਨ ਬਣਿਆ, ਕੋਈ ਹਨੂੰਮਾਨ ਬਣਿਆ ਹੋਇਆ ਹੈ, ਮੂੰਹ 'ਤੇ ਮਖੌਟਾ ਜਿਹਾ ਪਾਇਆ ਹੋਇਆ, ਮਗਰ ਬਨਾਵਟੀ ਪੂਛ ਲਾਈ ਹੋਈ ਹੈ, ਕੱਪੜੇ ਉਹੋ ਜਿਹੇ ਪਾਏ, ਐਂ ਹੋ ਗਏ ਇਹ ਹਨੂੰਮਾਨ ਹੈ ਜੀ। ਕਿਸੇ ਨੇ ਸੀਤਾ ਵਾਲੇ ਕੱਪੜੇ ਪਾਏ ਹੋਏ ਨੇ, ਕਿਸੇ ਨੇ ਰਾਮ ਚੰਦਰ ਵਾਲੇ ਪਾਏ ਹੋਏ ਨੇ, ਕਿਸੇ ਨੇ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਵਾਲੇ ਪਾਏ ਹੋਏ ਨੇ। ਇਹਨਾਂ ਨੂੰ ਸਵਾਂਗੀ ਕਹਿੰਦੇ ਨੇ। ਇਹ ਸਵਾਂਗ ਕਰਦੇ ਨੇ, ਮਤਲਬ ਤੇ ਮੰਗਣਾ ਹੈ। ਮੰਗਣ ਦੇ ਅੱਡ ਅੱਡ ਰੂਪ ਨੇ। ਕੋਈ ਤਾਂ ਸਿੱਧਾ ਹੀ ਮੰਗਦਾ ਹੈ, ਅਤੀ ਗਰੀਬ ਹੈ, ਬਹੁਤ ਬਜ਼ੁਰਗ ਹੈ ਜਾਂ ਅੰਗਹੀਣ ਹੈ, ਉਹ ਕੋਈ ਕਿਰਤ ਨਹੀਂ ਕਰ ਸਕਦਾ, ਉਹ ਮਜਬੂਰ ਹੈ, ਇਸ ਲਈ ਉਹਨੂੰ ਮੰਗਣਾ ਪੈ ਰਿਹਾ ਹੈ। ਕਈ ਹੱਟੇ ਕੱਟੇ ਨੇ,
ਕੰਮ ਨਹੀਂ ਕਰਨਾ ਚਾਹੁੰਦੇ ਉਹ ਉਂਝ ਹੀ ਮੰਗਤੇ ਬਣੇ ਹੋਏ ਹਨ। ਕਈ ਇਸ ਤਰ੍ਹਾਂ ਸੁਆਂਗ ਰਚਦੇ ਨੇ, ਫਿਰ ਦੁਕਾਨਦਾਰਾਂ ਤੋਂ, ਬਾਜ਼ਾਰ ਦੇ ਵਿੱਚ ਉਹਨਾਂ ਤੋਂ ਪੈਸੇ ਲੈਂਦੇ ਨੇ। ਇਹ ਸਾਰਾ ਕੁਛ ਮਾਇਆ ਦੀ ਖਾਤਰ ਹੋ ਰਿਹਾ ਹੈ। ਹੋਰ ਉੱਥੇ ਜਿਹੜਾ ਹੈ ਕੋਈ ਭਜਨ ਬੰਦਗੀ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ ਹੈ। ਪਾਠੀ ਨੇ, ਪਾਠ ਕਰਦੇ ਨੇ, ਪੈਸੇ ਲੈਂਦੇ ਨੇ, ਪੈਸਿਆਂ ਦੀ ਖਾਤਰ ਪਾਠ ਹੋ ਰਿਹਾ ਹੈ। ਕੀਰਤਨੀ ਨੇ, ਪੈਸੇ ਲੈਂਦੇ ਨੇ, ਪੈਸਿਆਂ ਦੀ ਖਾਤਰ ਕੀਰਤਨ ਕਰਦੇ ਨੇ। ਕਥਾਕਾਰ ਨੇ, ਪੈਸੇ ਲੈਂਦੇ ਨੇ, ਪੈਸਿਆਂ ਦੀ ਖਾਤਰ ਕਥਾ ਕਰਦੇ ਨੇ। ਇਹ ਸਾਰਾ ਕੁਝ ਮਾਇਆ ਦੀ ਖਾਤਰ ਹੋ ਰਿਹਾ ਹੈ। ਦਿਖਾਵਾ ਇਹ ਹੋ ਰਿਹਾ ਕਿ ਅਸੀਂ ਧਾਰਮਿਕ ਕਰਮ ਕਰ ਰਹੇ ਹਾਂ। ਧਰਮ ਦੇ ਰਾਹੀਂ ਪੈਸਾ ਕਮਾਇਆ ਜਾ ਰਿਹਾ। ਧਰਮ ਨੂੰ ਪੈਸਾ ਕਮਾਉਣ ਦਾ ਇੱਕ ਸਾਧਨ ਬਣਾ ਲਿਆ ਗਿਆ ਹੈ। ਧਰਮ ਤੇ ਜੀਵਨ ਜਿਉਣ ਲਈ ਸੀ। ਧਰਮ ਤੇ ਇੱਕ ਜੀਵਨ ਜਾਚ ਹੁੰਦੀ ਹੈ, ਪਰ ਲੋਕਾਂ ਨੇ ਧਰਮ ਨੂੰ ਧੰਦਾ ਬਣਾ ਲਿਆ ਹੈ ਅਤੇ ਧੰਦੇ ਦੇ ਵਿੱਚ ਫਿਰ ਪੈਸਾ ਮਿਲਿਆ ਕਰਦਾ ਹੈ। ਬਸ ਆਹੀ ਕੁਛ ਇਸ 'ਚ ਦੱਸਿਆ ਹੋਇਆ ਹੈ। ਵਾਇਨ ਚੇਲੇ, ਚੇਲੇ ਬਾਜੇ ਵਜਾਉਂਦੇ ਨੇ, ਨੱਚਣ ਗੁਰ, ਹੁਣ ਦੇ ਗੁਰੂ ਫਿਰ ਨੱਚਦੇ ਨੇ, ਉਹ ਨੱਚਦੇ ਨੇ। ਪੈਰ ਹਿਲਾਏਨ ਫੇਰਨ ਸਿਰ, ਕਦੇ ਪੈਰ ਹਿਲਾਉਂਦੇ ਨੇ, ਕਦੇ ਸਿਰ ਫੇਰਦੇ ਨੇ, ਸਿਰ ਘੁਮਾਉਂਦੇ ਨੇ ਜੀ। ਕਿਉਂਕਿ ਨੱਚਣ ਵੇਲੇ ਕਈ ਐਕਸ਼ਨ ਕਰਨੇ ਪੈਂਦੇ ਨੇ। ਪੈਰ ਵੀ ਵਰਤਣੇ ਪੈਂਦੇ ਨੇ, ਹੱਥ ਵੀ ਵਰਤਣਾ ਪੈਂਦਾ, ਸਿਰ ਵੀ ਵਰਤਣਾ ਪੈਂਦਾ ਹੈਗਾ, ਕਿਉਂਕਿ ਐਕਸ਼ਨ ਕਰਨੇ ਨੇ। ਉੱਡ ਉੱਡ ਰਾਵਾ ਝਾਟੈ ਪਾਏ। ਉਹ ਜਦੋਂ ਨੱਚਦੇ ਨੇ, ਅੱਜ ਦੀ ਤਰ੍ਹਾਂ ਪੱਕੀ ਸੜਕਾਂ ਨਹੀਂ ਸਨ, ਕੋਈ ਕੱਚੇ ਰਾਹ ਹੁੰਦੇ ਸਨ, ਬਾਜ਼ਾਰ ਵੀ ਕੱਚੇ ਹੀ ਹੁੰਦੇ ਸਨ। ਉਦੋਂ ਅੱਜ ਦੀ ਤਰ੍ਹਾਂ ਬਾਜ਼ਾਰ ਪੱਕੇ ਨਹੀਂ ਸੀ ਹੁੰਦੇ, ਗਲੀਆਂ ਕੱਚੀਆਂ ਹੁੰਦੀਆਂ ਸੀ। ਨੱਚ ਰਹੇ ਨੇ। ਰਾਵਾ ਮਿੱਟੀ ਨੂੰ ਕਹਿੰਦੇ, ਜਿਹੜੇ ਪੈਰਾਂ ਨਾਲ ਮਿੱਟੀ ਉੱਡਦੀ ਹੈ ਉਹਨੂੰ ਕਿ ਰਾਵਾ। ਝਾਟਾ, ਜਦੋਂ ਵਾਲ ਖਿਲ ਰਹੇ ਹੋਣ ਉਹਨੂੰ ਕਹਿੰਦੇ ਝਾਟਾ। ਹੁਣ ਜੋ ਨੱਚੂਗਾ ਉਹ ਕਿਹੜਾ ਕੋਈ ਜੂੜੇ ਵਾਲੇ ਨੇ, ਬੋਧੇ ਨੇ, ਉਹ ਵਾਲ ਖਿੰਡਦੇ ਨੇ, ਪੈਰਾਂ ਨਾਲ ਮਿੱਟੀ ਉੱਡ ਉੱਡ ਕੇ ਸਿਰ 'ਤੇ ਪੈਂਦੀ ਹੈ। ਪੈਰ ਹਿਲਾਏਨ ਫੇਰਨ ਸਿਰ, ਉੱਡ ਉੱਡ ਰਾਵਾ ਝਾਟੈ ਪਾਏ। ਮਿੱਟੀ ਉੱਡ ਉੱਡ ਕੇ ਉਹਨਾਂ ਦੇ ਸਿਰ 'ਤੇ ਪੈਂਦੀ ਹੈ। ਵੇਖੈ ਲੋਕ, ਹੁਣ ਲੋਕ ਕੱਕੇ ਨੂੰ ਔਂਕੜ ਲਾਤਾ ਹੈ, ਇੱਕ ਵਚਨ ਬਣਾਤਾ ਹੈ। ਜਿਵੇਂ ਦੇਖੋ ਕਲਾਸ ਹੈ, ਇੰਗਲਿਸ਼ ਦਾ ਸ਼ਬਦ ਹੈ ਕਲਾਸ। ਇੱਕ ਬੱਚੇ ਦੀ ਨਹੀਂ ਕਲਾਸ ਹੁੰਦੀ, ਕਲਾਸ 'ਚ ਕਈ ਬੱਚੇ ਹੁੰਦੇ ਨੇ। ਕਈ ਬੱਚਿਆਂ ਦੇ ਇਕੱਠ ਨੂੰ ਜਿਹੜੇ ਪੜ੍ਹ ਰਹੇ ਨੇ ਉਹਨੂੰ ਕਲਾਸ ਕਹਿੰਦੇ। ਕਲਾਸ ਇੱਕ ਵਚਨ ਹੈ, ਹੁਣ ਤਾਂ ਇੱਕ ਵਚਨ ਹੈ, ਪਰ ਬੱਚੇ ਕਈ ਨੇ, ਬੱਚੇ ਉਸ ਵਿੱਚ ਕਈ ਨੇ। ਇਸ ਇੱਥੇ ਲੋਕ ਕੱਕੇ ਨੂੰ ਔਂਕੜ ਪਾ ਰੱਖਿਆ। ਲੋਕ ਭਾਵ ਹਰ ਇੱਕ ਵੇਖਿਆ, ਵੇਖਦਾ ਹੈ। ਜਿਹੜਾ ਵੀ ਉੱਥੇ ਖੜ੍ਹਾ ਹੈ ਉਹਨਾਂ ਨੂੰ ਵੇਖਦਾ, ਫਿਰ ਉਹਨਾਂ ਦੇ ਐਕਸ਼ਨ ਵੇਖ ਕੇ ਹੱਸਦਾ ਹੈ ਅਤੇ ਹੱਸਦਾ ਹੱਸਦਾ ਘਰ ਨੂੰ ਚਲੇ ਜਾਂਦਾ ਹੈ। ਉਹ ਇਹ ਨਹੀਂ ਕਿ ਰਾਮਚੰਦਰ ਬਣੇ ਹੋਏ ਨੇ, ਜੇ ਕ੍ਰਿਸ਼ਨ ਬਣੇ ਹੋਏ ਨੇ, ਕੋਈ ਨਾ ਸਤਿਕਾਰ ਕਰਨਾ। ਉਹਨਾਂ ਨੂੰ ਪਤਾ ਹੋਵੇ ਤਾਂ ਸਵਾਂਗੀ ਨੇ। ਲੋਕਾਂ ਨੂੰ ਪਤਾ ਹੈ ਹਨੂੰਮਾਨ ਨਹੀਂ ਹੈਗਾ, ਇਹ ਰਾਮਚੰਦਰ ਨਹੀਂ ਹੈਗਾ, ਇਹ ਕੋਈ ਕ੍ਰਿਸ਼ਨ ਮਹਾਰਾਜ ਨਹੀਂ ਹੈਗੇ। ਉਹਨਾਂ ਦੇ ਪਹਿਰਾਵੇ ਪਾਏ ਹੋਏ ਨੇ, ਇਹ ਸਵਾਂਗੀ ਨੇ, ਇਹ ਸਵਾਂਗੀ ਨੇ। ਇਹ ਤਾਂ ਰੋਟੀਆਂ ਦੀ ਰੋਟੀਆਂ ਕਾਰਨ ਪੂਰੇ ਤਾਲ। ਉਹ ਤਾਂ ਰੋਟੀਆਂ ਦੀ ਖਾਤਰ ਨੱਚਦੇ ਨੇ, ਕਿਉਂਕਿ ਤਾਲ ਪੂਰਨਾ ਜ਼ਰੂਰੀ ਹੁੰਦਾ ਹੈ। ਵਾਜਾ ਵੱਜ ਰਿਹਾ ਹੈ, ਢੋਲ ਵੱਜ ਰਿਹਾ ਹੈ, ਉਹ ਡਗੇ ਦੇ ਅਨੁਸਾਰ, ਉਸ ਵਾਜੇ ਦੇ ਅਨੁਸਾਰ ਹੀ ਹੱਥ ਪੈਰ ਹਿਲਾਏ ਜਾਂਦੇ ਹਨ। ਉਹ ਤਾਲ ਪੂਰਨਾ। ਤਾਲ ਪੂਰੇ ਜਾ ਰਹੇ ਨੇ ਕਾਹਦੇ ਲਈ? ਰੋਟੀਆਂ ਕਾਰਨ, ਵੀ ਪੈਸੇ ਮਿਲਣਗੇ। ਇਹ ਸਾਰਾ ਕੁਛ ਸਵਾਂਗ ਜਿਹੜਾ ਹੈ ਪੈਸਿਆਂ ਦੀ ਖਾਤਰ ਹੋ ਰਿਹਾ ਹੈ। ਧਰਮ ਹੋਰ ਗੱਲ ਹੈ।
ਧਰਮ ਪਹਿਰਾਵੇ ਪਾ ਕੇ ਮੰਗਣਾ ਹੋਰ ਗੱਲ ਹੈ। ਇਹ ਸਾਰਾ ਰੋਟੀਆਂ ਦੀ ਖਾਤਰ ਹੈ। ਸੋ ਰੋਟੀਆਂ ਕਾਰਨ ਪੂਰ ਹੈ ਤਾਲ, ਆਪ ਪਛਾੜੈ ਧਰਤੀ ਨਾਲ। ਆਪਣੇ ਲੱਤਾਂ ਨੂੰ ਪੈਰਾਂ ਨੂੰ ਵਾਰੀ ਵਾਰੀ ਧਰਤੀ 'ਤੇ ਮਾਰਦੇ ਨੇ। ਪਛਾੜਨਾ ਹੁੰਦਾ ਪਟਕਾ ਪਟਕਾ ਕੇ ਮਾਰਨਾ, ਜ਼ੋਰ ਜ਼ੋਰ ਦੀ ਮਾਰਨਾ, ਜ਼ੋਰ ਜ਼ੋਰ ਦੇ ਆਪਣੇ ਪੈਰ ਧਰਤੀ 'ਤੇ ਮਾਰਦੇ ਨੇ। ਗਾਵਨ ਗੋਪੀਆਂ ਗਾਵਨ ਕਾਨ, ਕੋਈ ਗੋਪੀਆਂ ਬਣ ਗਿਆ ਹੈ, ਕੋਈ ਕ੍ਰਿਸ਼ਨ ਮਹਾਰਾਜ ਬਣ ਗਿਆ ਹੈ। ਸੁਹਾਗ ਹੀ ਹੈ ਨਾ। ਆ ਫਿਲਮਾਂ ਦੇ ਵਿੱਚ ਮੰਨ ਲਓ ਰਾਮਾਇਣ ਹੈ, ਨਾ ਅਸਲੀ ਰਾਮਚੰਦਰ ਹੈ, ਨਾ ਅਸਲੀ ਸੀਤਾ ਹੈ। ਉਹ ਤਾਂ ਉਹਨਾਂ ਦੇ ਸੁਹਾਗ ਨੇ। ਉਹ ਤਾਂ ਉਹਨਾਂ ਦੇ ਰਾਮਲੀਲਾ 'ਚ ਵੀ ਇਸ ਤਰ੍ਹਾਂ ਹੀ ਹੁੰਦਾ ਹੈਗਾ। ਮੈਂ ਮੁੰਡਾ ਸੀ, ਕੁੜੀਆਂ ਵਾਲੇ ਜਨਾਨੇ ਵਾਲੇ ਮੈਨੂੰ ਕੱਪੜੇ ਪਾ ਕੇ ਸੀਤਾ ਦਾ ਰੋਲ ਦੇਤਾ। 8ਵੀਂ 'ਚ ਪੜ੍ਹਦਾ, ਸੀਤਾ ਦਾ ਰੋਲ ਦੇਤਾ ਹੈਗਾ ਬੰਦਾ। ਕਿਉਂਕਿ ਠੀਕ ਉਹਦੇ ਵੇਲੇ ਦਾੜੀ ਮੁੱਛਾਂ ਨਹੀਂ ਸਨ, ਅਤੇ ਉਦੋਂ ਰਾਮਲੀਲਾ ਹਿੰਦੀ 'ਚ ਕਰਿਆ ਕਰਦੇ ਸਨ। ਉਹ ਰੱਟੇ ਲਾਉਣੇ ਪੈਂਦੇ ਸਨ। ਚਲੋ ਸੀਤਾ ਦਾ ਕੋਈ ਬੋਲਣ ਦਾ ਰੋਲ ਬਹੁਤ ਲੰਮਾ ਨਹੀਂ ਕੋਈ ਹੁੰਦਾ ਹੈ। ਕਹਿੰਦਾ ਭਾਵ ਹੈ ਜੈਮਲ ਸਿੰਘ ਰੋਲ ਸੀਤਾ ਦਾ ਕਰ ਰਿਹਾ ਹੈ। ਸੀਤਾ ਬੜੇ ਸੁਹਾਗ ਹੈ। ਇਹਨੂੰ ਕੀ ਕਹਿੰਦੇ ਨੇ? ਸੁਹਾਗ। ਆ ਫਿਲਮਾਂ ਸਾਰੀਆਂ ਸੁਹਾਗ ਹੀ ਹੁੰਦੀਆਂ ਨੇ। ਬੰਦਾ ਬੜਾ ਸਾਊ ਹੁੰਦਾ, ਫਿਲਮ 'ਚ ਕੰਮ ਕਰਿਆ, ਬਣਾਇਆ ਵਿਲਨ ਹੈ। ਉਸ ਨੂੰ ਬਣਾਇਆ ਵਿਲਨ ਹੈ। ਉਸ ਵੇਲੇ ਉਸੇ ਤਰ੍ਹਾਂ ਹੀ ਲੜਾਈਆਂ ਝਗੜੇ ਕਰਦਾ ਹੈ। ਉਂਝ ਦੀ ਪਰਸਨਲ ਲਾਈਫ ਦੇਖੋ, ਬੜਾ ਸਾਊ ਆਦਮੀ। ਇਸੇ ਉੱਤੇ ਸੁਹਾਗ ਨੇ। ਸੋ ਕੋਈ ਗੋਪੀਆਂ ਬਣਿਆ ਹੋਇਆ, ਗੋਪੀਆਂ ਬਣ ਕੇ ਗਾ ਰਿਹਾ ਹੈ, ਕੋਈ ਕ੍ਰਿਸ਼ਨ ਬਣ ਕੇ ਗਾ ਰਿਹਾ ਹੈ। ਗਾਵਨ ਸੀਤਾ ਰਾਜੇ ਰਾਮ, ਕੋਈ ਸੀਤਾ ਬਣ ਕੇ ਗਾ ਰਿਹਾ ਹੈ, ਕੋਈ ਰਾਮਚੰਦਰ ਬਣ ਕੇ ਗਾ ਰਿਹਾ ਹੈ। ਪਰ ਗੁਰੂ ਮਰ ਗਏ ਨਿਰਭਉ ਨਿਰੰਕਾਰ ਸਚ ਨਾਮ। ਪਰਮਾਤਮਾ ਨਿਰਭਉ ਹੈ, ਉਹਨੂੰ ਕਿਹਦਾ ਡਰ ਨਹੀਂ ਹੈ। ਨਿਰੰਕਾਰ ਹੈ, ਉਹਦਾ ਤਾਂ ਕੋਈ ਆਕਾਰ ਹੀ ਨਹੀਂ ਹੈ। ਸੱਚ ਨਾਮ ਹੈ, ਉਹਦਾ ਨਾਮ ਸਦਾ ਰਹਿਣ ਵਾਲਾ ਹੈ। ਜਾ ਕਾ ਜਿਸ ਦਾ, ਇਹਨੂੰ ਜਾ ਕਾ ਨਹੀਂ ਪੜ੍ਹ ਦੇਣਾ। ਇਹ ਹਿੰਦੀ ਹੈ, ਇਹ ਹਿੰਦੀ ਹੈ। ਹਿੰਦੀ 'ਚ ਜਾ ਕਾ ਦਾ ਮਤਲਬ ਹੁੰਦਾ ਜਿਸ ਦਾ। ਜਾ ਕਾ ਕੀਆ ਸਗਲ ਜਹਾਨ, ਜਿਸ ਨੇ ਸਾਰਾ ਸੰਸਾਰ ਪੈਦਾ ਕੀਤਾ ਹੋਇਆ ਹੈ, ਉਹ ਪਰਮਾਤਮਾ ਨਿਰਭਉ ਹੈ, ਨਿਰੰਕਾਰ ਹੈ, ਸੱਚ ਨਾਮ ਵਾਲਾ ਹੈ। ਸੇਵਕ, ਜਿਹੜੇ ਪਰਮਾਤਮਾ ਦੇ ਸੇਵਕ ਨੇ, ਭਗਤ ਨੇ, ਸੇਵੇਂ ਕਰਮ ਚੜਾਓ। ਜੇ ਪਰਮਾਤਮਾ ਦੀ ਬਖਸ਼ਿਸ਼ ਹੋਵੇ ਫਿਰ ਪਰਮਾਤਮਾ ਦਾ ਸਿਮਰਨ ਕਰਦੇ ਹਨ, ਬੜੇ ਚਾਅ ਨਾਲ ਸਿਮਰਨ ਕਰਦੇ। ਸੇਵਕਾਂ ਦੇ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ, ਫਿਰ ਬੜੇ ਪਿਆਰ ਨਾਲ ਸਿਮਰਨ ਕਰਦੇ, ਸੇਵਾ ਕਰਦੇ। ਭਿੰਨੀ ਰਹਿਣ ਜਿੰਨਾ ਮਨ ਚਾਹੋ। ਅੰਮ੍ਰਿਤ ਵੇਲਾ ਹੁੰਦਾ, ਥੋੜ੍ਹੀ ਥੋੜ੍ਹੀ ਤਰੇਲ ਪਈ ਹੁੰਦੀ ਹੈ, ਉਹਨੂੰ ਭਿੰਨੀ ਰਹਿਣ ਕਹਿੰਦੇ ਨੇ। ਉਹ ਕਿਹੜੀ ਰਾਤ ਹੈ? ਭਿੰਨੀ ਹੈ। ਭਿੰਨੀ ਮੈਨੇ ਭੀਜੀ। ਤਰੇਲਾ ਸਰਦੀਆਂ ਥੋੜ੍ਹੀ ਤਰੇਲ ਪੈਣ ਲੱਗੀ ਘਾਹ ਦੇ ਉੱਤੇ। ਭਿੰਨੀ ਰਹਿਣ ਹੈ। ਅੰਮ੍ਰਿਤ ਵੇਲੇ ਹੁੰਦੀ, ਜਾਂ ਸੂਰਜ ਨਿਕਲੇ ਤਰੇਲ ਖਤਮ ਹੋ ਜਾਂਦੀ ਹੈ। ਭਿੰਨੀ ਰਹਿਣ ਜਿੰਨਾ ਮਨ ਚਾਹੋ। ਉਹਨਾਂ ਦੇ ਮਨ 'ਚ ਬੜਾ ਚਾਅ ਹੁੰਦਾ ਕਿ ਹੁਣ ਅੰਮ੍ਰਿਤ ਵੇਲਾ ਹੋ ਗਿਆ, ਉੱਠੀਏ, ਨਾਮ ਜਪੀਏ। ਸਿੱਖੀ, ਇਹਨੂੰ ਸਿੱਖੀ ਨਹੀਂ ਪੜ੍ਹਨਾ, ਖਿਆਲ ਰੱਖਣਾ। ਸਿੱਖੀ ਸਿੱਖਿਆ ਗੁਰ ਵਿਚਾਰ। ਸਿੱਖਾਂ ਨੇ ਗੁਰੂ ਦੀ ਵਿਚਾਰ ਸਿੱਖੀ। ਗੁਰੂ ਤੋਂ ਕੀ ਸਿੱਖਿਆ? ਗੁਰੂ ਦੀ ਵਿਚਾਰ ਸਿੱਖੀ। ਸਿੱਖੀ ਦਾ ਮਤਲਬ ਹੁੰਦਾ ਸਿੱਖਾਂ ਨੇ ਸਿੱਖਿਆ ਗੁਰ ਵਿਚਾਰ। ਗੁਰੂ ਦੇ ਵਿਚਾਰ ਨੂੰ ਸਿੱਖਾਂ ਨੇ ਸਿੱਖਿਆ। ਫਿਰ ਜਦੋਂ ਗੁਰੂ ਦੇ ਵਿਚਾਰਾਂ ਨੂੰ ਸਿੱਖ ਲਿਆ, ਪਾ ਗੁਰੂ ਦੇ ਵਿਚਾਰਾਂ ਨੂੰ ਧਾਰਨ ਕਰ ਲਿਆ, ਫਿਰ ਕਹਿੰਦਾ ਨਦਰੀ ਕਰਮ ਲੰਘਾਏ ਪਾਰ। ਨਦਰੀ ਪਰਮਾਤਮਾ ਨੂੰ ਕਹਿੰਦੇ ਨੇ। ਕਰਮ ਹੁੰਦੀ ਹੈ ਬਖਸ਼ਿਸ਼ ਨਾਲ। ਫਿਰ ਪਰਮਾਤਮਾ ਆਪਣੀ ਬਖਸ਼ਿਸ਼ ਦੇ ਨਾਲ
ਉਹਨਾਂ ਨੂੰ ਸਿੱਖਾਂ ਨੂੰ ਪਾਰ ਉਤਾਰਾ ਕਰ ਲੰਘਾਏ ਪਾਰ, ਇਸ ਭਵ ਸਾਗਰ ਤੋਂ ਪਰਲੇ ਪਾਸੇ ਲੰਘਾ ਦਿੰਦਾ ਹੈ। ਕਿਉਂਕਿ ਸਿੱਖਾਂ ਨੇ ਗੁਰੂ ਦੀ ਸਿੱਖਿਆ ਨੂੰ, ਗੁਰੂ ਦੇ ਵਿਚਾਰ ਨੂੰ ਸਿੱਖ ਲਿਆ ਹੈ। ਸੋ ਆ ਸਾਰੇ ਗੁਰੂ ਦੇ, ਗੁਰਬਾਣੀ ਗੁਰੂ ਦਾ ਵਿਚਾਰ ਹੈ। ਗੁਰਬਾਣੀ ਰੱਬ ਦਾ ਵਿਚਾਰ ਵੀ ਹੈ ਅਤੇ ਗੁਰੂ ਦਾ ਵਿਚਾਰ ਵੀ ਹੈ, ਕਿਉਂਕਿ ਗੁਰੂ ਅਤੇ ਪਰਮਾਤਮਾ ਕੋਈ ਫਰਕ ਨਹੀਂ। ਗੁਰ ਪਰਮੇਸ਼ਰ ਇੱਕੋ ਜਾਣ। ਗੁਰੂ ਅਤੇ ਪਰਮੇਸ਼ਰ ਨੂੰ ਇੱਕੋ ਹੀ ਸਮਝੋ। ਹਾਂ, ਦੇਖਣ ਨੂੰ ਦੋ ਨੇ, ਕਿਉਂਕਿ ਪਰਮਾਤਮਾ ਦਾ ਨਿਰੰਕਾਰ ਹੈ ਅਤੇ ਗੁਰੂ ਦਾ ਆਕਾਰ ਹੁੰਦਾ। ਆਕਾਰ ਸਾਡੇ 10 ਗੁਰੂਆਂ ਦਾ ਆਕਾਰ ਸੀ। ਆ ਹੁਣ 11ਵਾਂ ਗੁਰੂ, ਗੁਰੂ ਗ੍ਰੰਥ ਸਾਹਿਬ, ਇਹਦਾ ਵੀ ਆਕਾਰ ਹੈ, ਇਹਦਾ ਵੀ ਆਕਾਰ ਹੈ। ਸੋ ਮਹਾਨਤਾ ਗੁਰੂ ਦੇ ਵਿਚਾਰਾਂ ਨੂੰ ਸਿੱਖਣ ਦੀ ਹੈ। ਗੁਰੂ ਮਹਾਰਾਜ ਦੇ ਵਿਚਾਰਾਂ ਨੂੰ ਧਾਰਨ ਕਰਨਾ ਸੀ, ਉਹਨਾਂ ਦੇ ਅਨੁਸਾਰ ਜੀਵਨ ਜਿਉਣਾ ਹੈ। ਫਿਰ ਪਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਹੈ, ਫਿਰ ਪਰਮਾਤਮਾ ਉਹਨਾਂ ਨੂੰ ਪਾਰ ਲੰਘਾ ਦਿੰਦਾ ਹੈ। ਸੋ ਮਹਾਨਤਾ ਨਾਮ ਜਪਣ ਦੇ ਹੈ। ਬਾਕੀ ਜਿਹੜੇ ਸਵਾਂਗ ਨੇ, ਇਹ ਤਾਂ ਗੁਰੂ ਮਹਾਰਾਜ ਕਹਿੰਦੇ ਇਹ ਤਾਂ ਮਾਇਆ ਦੀ ਖਾਤਰ ਨੇ। ਉਹ ਕੋਈ ਨਾਮ ਨਹੀਂ ਜਪਦੇ ਹੁੰਦੇ। ਜੇ ਉਹ ਧਾਰਮਿਕ ਸ਼ਬਦ ਗੀਤ ਗਾਉਂਦੇ ਵੀ ਨੇ ਤਾਂ ਉਹ ਸਿਰਫ ਮਾਇਆ ਦੀ ਖਾਤਰ ਨੇ। ਉਹ ਭਜਨ ਬੰਦਗੀ ਨਹੀਂ ਗਿਣੀ ਜਾਂਦੀ। ਮੰਨ ਲਓ ਮੈਂ ਕਥਾ ਕਰ ਰਿਹਾ, ਇਹਦੇ ਮੈਂ ਪੈਸੇ ਲੈ ਲਾਂ, ਠੀਕ ਹੈ, ਇਹਦੋਂ ਫਿਰ ਤਾਂ ਪੈਸਿਆਂ ਦੀ ਖਾਤਰ ਕਥਾ ਹੋ ਰਹੀ ਹੈ, ਪੈਸਿਆਂ ਦੀ ਖਾਤਰ ਕਥਾ ਹੋ ਰਹੀ ਹੈ। ਅਤੇ ਜੇ ਮੈਂ ਕੱਲ੍ਹ ਕਥਾ ਨਹੀਂ ਸੀ ਕੀਤੀ, ਜੇ ਮੈਂ ਪੈਸੇ ਲੈਂਦਾ ਹੁੰਦਾ, ਮੈਂ ਕਹਿਣਾ ਸੀ ਅੱਜ ਦਾ 500 ਤੇ ਗਿਆ ਵੀ ਐਵੇਂ ਹੈ, ਘਾਟਾ ਪੈ ਗਿਆ 500 ਦਾ। ਜੇ ਕਰਦੇ ਤਾਂ 500 ਮਿਲ ਜਾਣਾ ਸੀ। ਧਿਆਨ ਮਾਇਆ ਵੱਲ ਰਹਿ ਜਾਣਾ। ਗੁਰੂ ਮਹਾਰਾਜ ਕਿ ਨਹੀਂ, ਅਸੀਂ ਤਾਂ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਨਾ ਹੈ। ਹੁਣ ਕਿਉਂਕਿ ਸਾਰੇ ਬਾਣੀ ਪੜ੍ਹ ਨਹੀਂ ਸਕਦੇ, ਇਸ ਲਈ ਪਾਠੀਆਂ ਦੀ ਲੋੜ ਪੈ ਗਈ। ਸਾਰੇ ਗਾ ਨਹੀਂ ਸਕਦੇ, ਇਸ ਲਈ ਗਾਉਣ ਵਾਲੇ ਦੀ ਲੋੜ ਪੈ ਗਈ। ਸਾਰੇ ਬਾਣੀ ਨੂੰ ਸਮਝਾ ਨਹੀਂ ਸਕਦੇ, ਇਸ ਲਈ ਕਥਾਕਾਰਾਂ ਦੀ ਲੋੜ ਪੈ ਗਈ। ਅਤੇ ਕਿਉਂਕਿ ਉਹ ਪਰਿਵਾਰ ਵਾਲੇ ਹਨ ਅਤੇ ਹੋਰ ਉਹਨਾਂ ਦਾ ਕਮਾਈ ਦਾ ਸਾਧਨ ਨਹੀਂ ਹੈ। ਮੰਨ ਲਓ ਮੇਰਾ ਹੋਰ ਕੋਈ ਕਮਾਈ ਦਾ ਸਾਧਨ ਨਾ ਹੁੰਦਾ ਤਾਂ ਮੈਂ ਵੀ ਸ਼ਾਇਦ ਜਿਹੜੇ ਸੰਥਿਆ ਦਿੰਦਾ ਦੇ ਪੈਸੇ ਲੈਂਦਾ, ਆ ਕਥਾ ਦੇ ਵੀ ਪੈਸੇ ਲੈਂਦਾ, ਵੀ ਮੈਂ ਪਰਿਵਾਰ ਚਲਾਉਣਾ ਹੈ। ਕਿਉਂਕਿ ਮੈਂ ਤਾਂ ਗੌਰਮੈਂਟ ਸਰਵੈਂਟ ਸੀ, ਟੀਚਰ ਰਿਹਾ ਮੈਂ। ਹੁਣ ਸਰਕਾਰ ਪੈਨਸ਼ਨ ਦਿੰਦੀ ਹੈ, ਇਸ ਲਈ ਮੈਨੂੰ ਕੋਈ ਲੋੜ ਨਹੀਂ ਹੈਗੀ ਕਿ ਮੈਂ ਜਿਹੜਾ ਹੈ ਕਥਾ ਦੇ ਜਾਂ ਪਾਠ ਸਿਖਾਉਣ ਦੇ ਕੋਈ ਪੈਸੇ ਲਵਾਂ। ਪਰ ਜੇ ਹੋਰ ਮੇਰਾ ਕੋਈ ਕਮਾਈ ਦਾ ਸਾਧਨ ਨਾ ਹੁੰਦਾ ਤਾਂ ਸ਼ਾਇਦ ਮੈਨੂੰ ਵੀ ਇਹ ਪੈਸੇ ਲੈਣੇ ਪੈਂਦੇ। ਫਿਰ ਉਹ ਪੈਸਿਆਂ ਦੀ ਖਾਤਰ ਕਥਾ ਹੋ ਜਾਣੀ ਸੀ, ਕਥਾ ਵਿਕ ਜਾਣੀ ਸੀ, ਮੇਰੇ ਪੱਲੇ ਕੁਛ ਨਹੀਂ ਸੀ ਰਹਿਣਾ। ਇਸ ਲਈ ਪਾਠੀਆਂ ਨੂੰ, ਕੀਰਤਨੀਆਂ ਨੂੰ, ਕਥਾਕਾਰਾਂ ਨੂੰ, ਜਿਹੜੇ ਸੰਤ ਮਾਂ ਦੀਵਾਨ ਲੈਂਦੇ ਨੇ, ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਜਿਹੜੇ ਉਹਨਾਂ ਦੀਵਾਨ ਲਏ ਉਹਦੇ ਬਦਲੇ ਤਾਂ ਉਹਨਾਂ ਨੂੰ ਪੈਸੇ ਮਿਲ ਗਏ। ਕੀਰਤਨੀਆਂ ਨੂੰ ਕੀਰਤਨ ਦੇ ਪੈਸੇ ਮਿਲ ਗਏ, ਕਥਾਕਾਰ ਨੂੰ ਕਥਾ ਕਰਨ ਦੇ ਪੈਸੇ ਮਿਲ ਗਏ, ਪਾਠੀ ਨੂੰ ਪਾਠ ਦੇ ਮਿਲ ਗਏ। ਉਹ ਤਾਂ ਉਹਨਾਂ ਦੇ ਪੱਲੇ ਕੁਛ ਨਾ ਰਿਹਾ। ਉਹਨਾਂ ਨੂੰ ਹੋਰ ਅੱਡ ਭਜਨ ਬੰਦਗੀ ਕਰਨੀ ਪਵੇਗੀ ਆਪਣੀ ਆਤਮ ਸੰਤੁਸ਼ਟੀ ਕਰਨ ਲਈ। ਉਹ ਭਜਨ ਬੰਦਗੀ 'ਚ ਨਹੀਂ ਗਿਣੀ ਜਾਏਗੀ। ਦੀਵਾਨ ਲਾਏ ਹੋਏ, ਕੀਰਤਨ ਕੀਤਾ, ਕਥਾ ਕੀਤੀ, ਪਾਠ ਕੀਤਾ, ਉਹਦੇ ਬਦਲੇ ਪੈਸੇ ਲਏ, ਉਹ ਜਿਹੜਾ ਹੈ ਉਹ ਨਹੀਂ ਗਿਣਤੀ 'ਚ ਆਵੇਗਾ। ਉਹ ਤੇ ਕਿ ਤੁਸੀਂ ਦੇ ਪੈਸੇ ਲੈ ਲਏ। ਉਸ ਤੋਂ ਅਲੱਗ ਜਿਹੜਾ ਅਸੀਂ ਭਜਨ ਬੰਦਗੀ ਕਰਾਂਗੇ, ਲੇਖੇ ਕਿਹੜੀ ਭਜਨ ਬੰਦਗੀ ਪੈਣੀ ਹੈ। ਮੰਨ ਲਓ ਮੈਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਅਤੇ ਮੇਰੇ ਕਿਹਾ ਸੱਚੇ ਪਾਤਸ਼ਾਹ ਮੈਨੂੰ ਤੰਦਰੁਸਤੀ ਬਖਸ਼ੇ। ਉਹ ਧਰਮਰਾਜ ਦੇ ਰਜਿਸਟਰ ਲਿਖਿਆ ਹੀ ਨਹੀਂ ਗਿਆ। ਪਾਠ ਮੈਂ ਸੁਖਮਨੀ ਸਾਹਿਬ ਦਾ ਕੀਤਾ, ਉੱਥੇ ਲਿਖਿਆ ਹੀ ਨਹੀਂ ਗਿਆ। ਉਹ ਕਹਿੰਦਾ ਤੂੰ ਤਾਂ ਆਪਣੀ ਤੰਦਰੁਸਤੀ ਲਿਖੀ ਤਾ। ਜਦ ਤੂੰ ਪਰਮਾਤਮਾ ਲਈ ਕਰੇਗਾ ਫਿਰ ਲਿਖਿਆ ਜਾਊਗਾ। ਉਹ ਪਾਠ, ਉਹ ਕੀਰਤਨ, ਉਹ ਕਥਾ ਜਿਹਦੇ ਬਦਲੇ ਨਾ ਕੋਈ ਪੈਸਾ ਲਿਆ ਜਾਵੇ, ਨਾ ਕੋਈ ਸੰਸਾਰਿਕ ਚੀਜ਼ ਮੰਗੀ ਜਾਵੇ, ਉਹ ਉੱਥੇ ਲਿਖੀ ਜਾਂਦੀ। ਉਹ ਤੁਹਾਡੇ ਨਾਮ ਦੇ
ਦਰਜ ਹੋ ਜਾਏਗਾ। ਉਹਨੂੰ ਕਹਿੰਦੇ ਨਾਮ ਧਨ, ਉਹਨੂੰ ਨਾਮ ਧਨ ਕਹਿੰਦੇ। ਉਹ ਨਾਮ, ਉਹ ਬਾਣੀ ਜਿਸ ਦੇ ਬਦਲੇ ਕੋਈ ਸੰਸਾਰਿਕ ਚੀਜ਼ ਨਾ ਮੰਗੀ ਜਾਵੇ, ਨਾ ਕੋਈ ਪੈਸਾ ਲਿਆ ਜਾਵੇ, ਉਹ ਫਿਰ ਜਿਹੜੀ ਤੁਸੀਂ ਬਾਣੀ ਪੜ੍ਹੋਗੇ, ਜਿਹੜਾ ਨਾਮ ਜਪੋਗੇ, ਉਹ ਫਿਰ ਤੁਹਾਡੇ ਜਿਹੜਾ ਹੈ ਉਹ ਨਾਮ ਧਨ ਵਜਦਾ। ਉਹ ਤੁਹਾਡੇ ਕੋਲ ਨਾਮ ਧਨ ਹੋਏਗਾ, ਉਹੀ ਨਾਲ ਜਾਵੇਗਾ ਤੁਹਾਡੇ। ਇਸ ਲਈ ਕਹਿੰਦੇ ਇਹ ਤਾਂ ਰੋਟੀਆਂ ਕਾਰਨ ਪੂਰੇ ਤਾਲ ਹੈ, ਇਹ ਤਾਂ ਰੋਟੀਆਂ ਦੀ ਖਾਤਰ। ਸਿੱਖ ਨੇ ਤਾਂ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਨਾ ਹੈ। ਜਦੋਂ ਸਿੱਖ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦਾ ਹੈ, ਉਹ ਸਿੱਖਿਆ ਦੇ ਅਨੁਸਾਰ ਚੱਲਦਾ ਹੈ। ਨਦਰੀ ਹੁੰਦਾ ਪਰਮਾਤਮਾ, ਕਰਮ ਹੁੰਦਾ ਬਖਸ਼ਿਸ਼ ਨਾਲ। ਪਰਮਾਤਮਾ ਫਿਰ ਆਪਣੀ ਬਖਸ਼ਿਸ਼ ਕਰਦਾ, ਲੰਘਾਏ ਪਾਰ। ਫਿਰ ਇਹੋ ਜਿਹੇ ਸਿੱਖਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ। ਕੋਲੂ, ਚਰਖਾ, ਚੱਕੀ, ਚੱਕ, ਥਾਲ ਵਰੋਲੇ, ਬਹੁਤ ਅਨੰਤ, ਇਹ ਘੁੰਮ ਰਹੇ ਨੇ ਸਾਰੇ। ਕੋਲੂ ਹੈ, ਉਹ ਵੀ ਘੁੰਮ ਰਿਹਾ। ਚਰਖਾ ਹੈ, ਉਹ ਵੀ ਘੁੰਮ ਰਿਹਾ। ਚੱਕੀ ਹੈ ਤਾਂ ਦਾਣੇ ਪੀ ਰਹੇ, ਉਹ ਵੀ ਘੁੰਮ ਰਹੀ ਹੈ। ਚੱਕ ਹੈ ਜਿਹੜਾ ਘੁਮਿਆਰ ਦਾ ਚੱਕ ਹੁੰਦੇ, ਜਿਸ 'ਤੇ ਭਾਂਡੇ ਬਣਾਉਂਦੇ, ਉਹ ਵੀ ਘੁੰਮਦਾ। ਇਹ ਘੁੰਮਣ ਵਾਲੀਆਂ ਚੀਜ਼ਾਂ ਗਿਣੀਆਂ ਜਾ ਰਹੀਆਂ ਨੇ। ਉਹ ਤਾਂ ਘੁੰਮਦੇ ਨੇ ਨਾ, ਜਿਹੜੇ ਸੁਹਾਂਗੀ ਨੇ, ਉਹ ਤਾਂ ਘੁੰਮਦੇ ਨੇ ਨੱਚਣ ਲਈ ਅਤੇ ਮਾਇਆ ਦੀ ਖਾਤਰ। ਇਹ ਤਾਂ ਕਹਿੰਦੇ ਵੈਸੇ ਹੀ ਘੁੰਮ ਰਹੇ ਨੇ। ਕੋਹਲੂ ਹੈ, ਜਦ ਚੱਲਦਾ ਹੈ ਫਿਰ ਘੁੰਮਦਾ ਨਾ। ਕਦੇ ਤੁਸੀਂ ਸਰੋਂ ਦਾ ਤੇਲ ਕਢਾਇਆ ਕੋਹਲੂ 'ਤੇ ਜਾ ਕੇ, ਤੈਨੂੰ ਪਤਾ ਲੱਗੇਗਾ। ਪਹਿਲਾਂ ਹੁੰਦਾ ਸੀ ਡੰਗਰਾਂ ਨਾਲ ਘੁਮਾਉਂਦੇ ਸੀ, ਹੁਣ ਜਿਹੜਾ ਬਿਜਲੀ ਆ ਗਈ ਹੈ, ਪੈਟਰੋਲ ਡੀਜ਼ਲ ਆ ਗਿਆ, ਉਹਦਾ ਘੁਮਾਉਂਦੇ। ਸੋ ਕੋਹਲੂ ਘੁੰਮ ਰਿਹਾ ਹੈ, ਚਰਖਾ ਘੁੰਮ ਰਿਹਾ ਹੈ, ਚੱਕੀ ਘੁੰਮ ਰਹੀ ਹੈ, ਚੱਕ ਘੁੰਮ ਰਿਹਾ ਹੈ। ਥਾਲ ਵਰੋਲੇ, ਜਿਹੜਾ ਰੇਤਲਾ ਇਲਾਕਾ 'ਤੇ ਵਾਹ ਵਰੋਲੇ ਬੜੇ ਹੁੰਦੇ ਨੇ, ਉਹ ਵੀ ਗੋਲ ਗੋਲ ਹੁੰਦੇ ਨੇ, ਐਂ ਜਾਂਦੀ ਹਵਾ ਗੋਲ। ਜਦੋਂ ਚੀਜ਼ਾਂ ਵਿੱਚ ਆ ਜਾਏ, ਉਹ ਵੀ ਨਾਲ ਨਾਲ ਉੱਡਦੀਆਂ ਜਾਂਦੀਆਂ। ਜੋ ਛੋਟਿਆਂ ਹੁੰਦੇ ਆ, ਪਿਤਾ ਮਾਤਾ ਨੇ ਕਹਿਣਾ ਬਈ ਜਿਹੜਾ ਜਦੋਂ ਵਾਹ ਵਰੋਲਾ ਆਵੇ ਨਾ, ਉਹ ਪਰਾਂ ਹੋ ਜਾਣਾ, ਜਾਂ ਕਿਸੇ ਦਰਖਤ ਨੂੰ ਜੱਫਾ ਮਾਰ ਲੈਣਾ। ਵੀ ਹਵਾ ਘੁੰਮਦੀ ਹੈ, ਇੱਧਰੋਂ ਵੀ ਹਵਾ ਆਈ, ਇੱਧਰੋਂ ਵੀ ਹਵਾ ਆਈ, ਦੋਨੋਂ ਹਵਾ ਜਦੋਂ ਟਕਰਾਈਆਂ ਨਾ, ਉਹ ਉੱਪਰ ਨੂੰ ਉੱਠਣਗੀਆਂ। ਉਹ ਉੱਪਰ ਨੂੰ ਉੱਠਣਗੀਆਂ ਅਤੇ ਘੁੰਮਣਗੀਆਂ। ਜੇ ਤੁਸੀਂ ਛੋਟੇ ਬੱਚੇ, ਜੇ ਤੁਸੀਂ ਉਹ 'ਚ ਫਸ ਗਏ ਨਾ, ਤੁਹਾਡਾ ਮਿੱਟੀ ਘੱਟਾ ਸਾਰਾ ਮੂੰਹ 'ਚ ਪੈ ਜਾਣਾ। ਅਤੇ ਉਹ ਵਾਹ ਵਰੋਲਾ ਕਈ ਵਾਰੀ ਇੰਨਾ ਜ਼ਬਰਦਸਤ ਹੁੰਦਾ ਕਿ ਉਹਨਾਂ ਤੁਹਾਨੂੰ ਧੱਕ ਕੇ ਬੜੀ ਦੂਰ ਤੱਕ ਲੈ ਜਾਣਾ ਹੈ। ਡੈਥ ਵੀ ਹੋ ਸਕਦੀ ਹੈ। ਇਸ ਲਈ ਕਹਿੰਦੇ ਵਾਹ ਵਰੋਲਾ ਜਦੋਂ ਆਵੇ, ਨੇੜੇ ਕੋਈ ਵੀ ਪਤਲਾ ਦਰਖਤ ਹੈ, ਉਸ ਨੂੰ ਜੱਫਾ ਪਾ ਲਓ, ਤਾਂ ਜੋ ਵਾਹ ਵਰੋਲਾ ਤੁਹਾਨੂੰ ਕਿਤੇ ਉਡਾ ਕੇ ਨਾ ਲੈ ਜਾਵੇ। ਪਹਿਲਾਂ ਵਾਹ ਵਰੋਲੇ ਬਹੁਤ ਹੁੰਦੇ ਸਨ, ਕਿਉਂਕਿ ਰੇਤਲਾ ਇਲਾਕਾ ਹੁੰਦਾ ਸੀ। ਹੁਣ ਸਭ ਥਾਂ 'ਤੇ ਪਾਣੀ ਲੱਗ ਗਿਆ, ਹੁਣ ਹਨੇਰੀਆਂ ਹਟ ਗਈਆਂ ਨੇ। ਹੁਣ ਨਹੀਂ ਹਨੇਰੀਆਂ ਕਦੇ ਦਿਸੀਆਂ, ਕਦੇ ਕਦੇ ਹਨੇਰੀ ਦਿਸਦੀ ਹੈ ਜਦੋਂ ਰਾਜਸਥਾਨ ਵੱਲੋਂ ਕਿਤੋਂ ਆਉਂਦੀ ਹੈ, ਨਹੀਂ ਤਾਂ ਹੁਣ ਹਨੇਰੀਆਂ ਖਤਮ ਹੋ ਗਈ। ਨਹੀਂ ਤਾਂ ਅਸੀਂ ਜਦੋਂ ਛੋਟੇ ਹੁੰਦੇ ਸੀ, ਬਠਿੰਡੇ ਜ਼ਿਲ੍ਹੇ 'ਚ ਰੇਤੇ ਹੀ ਰੇਤਾ ਹੁੰਦਾ ਸੀ, ਵੱਡੇ ਵੱਡੇ ਰੇਤੇ ਦੇ ਟਿੱਬੇ ਹੁੰਦੇ ਸੀ। ਹਨੇਰੀ ਆਉਣੀ, ਕਹਿਣੀ ਵੀ ਬੜੀ ਕਾਲੀ ਬੋਲੀ ਹਨੇਰੀ ਆ ਰਹੀ ਹੈ। ਸੋ ਥਾਲ ਵਰੋਲੇ ਬਹੁਤ ਅਨੰਤ, ਅੰਤ ਹੀ ਕੋਈ ਨਹੀਂ, ਬੇਅੰਤ ਜਿਹੜੇ ਵਾਹ ਵਰੋਲੇ ਨੇ, ਉਹ ਵੀ ਘੁੰਮ ਰਹੇ ਨੇ। ਲਾਟੂ, ਪਹਿਲਾਂ ਧਰਤੀ ਲਾਟੂ ਛੱਡਦੇ ਇਹ ਘੁਮਾ ਕੇ, ਉਹ ਕਿੰਨੀ ਦੇਰ ਘੁੰਮਦਾ ਰਹਿੰਦਾ ਹੁੰਦਾ ਸੀ। ਉਸ ਦਾ ਬੱਚੇ ਛੋਟੇ ਵੇਖਦੇ ਹੁਣ ਉਹਨੂੰ, ਗੋਲ ਜਿਹਾ ਲਾਟੂ ਹੁੰਦਾ ਸੀ, ਹੇਠੋਂ ਚੁੰਝ ਜਿਹੀ ਹੁੰਦੀ ਸੀ, ਉੱਤੋਂ ਥੋੜ੍ਹਾ ਗੋਲ। ਹੁਣ ਧਰਤੀ ਰੱਖ ਕੇ ਐਂ ਘੁਮਾ ਦੇਣਾ ਵੇ, ਉਹ ਕਿੰਨੀ ਦੇਰ ਹੀ ਘੁੰਮਦਾ ਰਹਿੰਦਾ ਹੁੰਦਾ ਸੀ। ਲਾਟੂ ਵੀ ਘੁੰਮ ਰਹੇ ਨੇ, ਮਧਾਣੀਆਂ ਵੀ ਘੁੰਮ ਰਹੇ ਨੇ, ਦੁੱਧ ਰਿੜਕਦੇ ਨੇ, ਘੁੰਮਦੇ ਨੇ ਮਧਾਣੀ। ਅਨਗਾਹ ਅੱਜ ਦਾ ਜਿਹੜਾ ਬੱਚਾ, ਇਹਨੂੰ ਕੋਈ ਪਤਾ ਨਹੀਂ। ਪਹਿਲਾਂ ਫਲੇ ਹੁੰਦੇ ਸਨ, ਜਿਹੜੀਆਂ ਝਾੜੀਆਂ ਸਨ ਉਹ ਇਕੱਠੀਆਂ ਕਰਕੇ ਨਾ ਉਹਨਾਂ ਨੂੰ ਬੰਨ੍ਹ ਲਿਆ ਕਰਦੇ ਸਨ। ਫਿਰ ਜਿਹੜੀ ਕਣਕ ਜਦੋਂ ਗਾਉਣੀ ਹੁੰਦੀ ਸੀ, ਕਣਕ ਪਹਿਲਾਂ ਖੇਤੋਂ ਵੱਢ ਕੇ ਨਾ ਉਹ ਖੁੱਲ੍ਹੇ ਮੈਦਾਨ 'ਚ ਲੈ ਆਉਣੀ। ਫਿਰ ਉਹ ਜਿਹੜਾ ਉਹਦਾ ਗੋਲ ਦਾਇਰਾ ਬਣਾ ਲੈਣਾ, ਵੱਡਾ ਸਾਰਾ ਗੋਲ ਦਾਇਰਾ ਬਣਾ ਕੇ ਫਿਰ ਉਹ ਫਲਾ ਬਣਾਇਆ ਹੁੰਦਾ ਸੀ ਇੱਕ, ਉਹ ਵਿੱਚ ਕੰਡੇ ਵੀ ਨਾਲ ਉਹਦੇ ਝਾੜੀ, ਕੰਡੇ ਵਾਲੀਦਾਰ ਝਾੜੀਆਂ ਹੁੰਦੀਆਂ ਸਨ।
ਉਹ ਫਿਰ ਬਲਦਾਂ ਦੇ ਮਗਰ ਰੱਸੇ ਨਾਲ ਬੰਨ੍ਹ ਕੇ ਉਹ ਉੱਤੇ ਕਣਕ ਦੇ ਉੱਤੇ ਫੇਰਿਆ ਜਾਂਦਾ ਸੀ। ਉਹ ਕਣਕ ਨੂੰ ਵੱਢਦਾ ਰਹਿੰਦਾ ਸੀ ਉੱਤੇ ਹੌਲੀ ਹੌਲੀ ਉਹਦੀ ਤੂੜੀ ਬਣਾਉਂਦੇ ਸੀ ਅਤੇ ਉਹ ਦਾਣੇ ਵਿੱਚ ਹੋ ਜਾਣੇ। ਬਾਅਦ 'ਚ ਫਿਰ ਤੰਗਲੀਆਂ ਹੁੰਦੀਆਂ ਸਨ, ਛੱਜ ਹੁੰਦੇ ਸਨ, ਉਹਨਾਂ ਨਾਲ ਉਹ ਛੱਟਦੇ ਸਨ। ਉਹ ਦਾਣੇ ਅੱਡ ਕਰਦੇ ਸਨ, ਤੂੜੀ ਅੱਡ ਕਰਦੇ ਸਨ। ਹੁਣ ਇਹ ਤਾਂ ਤੁਸੀਂ ਕਿਤੇ ਤੂੜੀ ਅਤੇ ਦਾਣੇ ਉਹਦੇ ਨਾਲ ਵੇਖੇ ਹੋਣਗੇ, ਤੰਗਲੀਆਂ ਨਾਲ ਉਡਾਉਂਦੇ ਹੋਏ ਆ। ਪਰ ਹੁਣ ਜਿਹੜਾ ਹੈ, ਜਿਹੜੇ ਅਨਗਾਹ ਨੇ ਜਿਹੜੇ, ਉਹ ਖਤਮ ਹੋ ਗਏ ਨੇ। ਉਹ ਨਹੀਂ ਹੁਣ ਰਿਹਾ, ਕਿਉਂਕਿ ਹੁਣ ਮਸ਼ੀਨ ਆ ਗਈ, ਕੰਬਾਈਨਾਂ ਨਾਲ ਹੀ ਵੱਢਦੇ ਨੇ ਅਤੇ ਕੰਬਾਈਨਾਂ ਨਾਲ ਹੀ ਕਣਕ ਕੱਢ ਦਿੰਦੇ ਨੇ। ਉਹਨੂੰ ਉਹ ਗਾਹ ਪਾਉਂਦੇ ਹੁੰਦੇ ਸੀ ਪਹਿਲਾਂ ਕਣਕ ਦਾ, ਫਲੇ ਉਹਨੂੰ ਕਹਿੰਦੇ ਸੀ ਫਲੇ, ਫੱਫਾ ਲੱਲੇ ਅਤੇ ਲਾਂ ਪੈਰ ਚਾਹ ਫਲੇ। ਲਾਟੂ ਵੀ ਘੁੰਮਦੇ, ਮਧਾਣੀਆਂ ਵੀ ਘੁੰਮਦੀਆਂ, ਅਨਗਾਹ ਜਿਹੜੇ ਫਲੇ ਨੇ ਇਹ ਵੀ ਘੁੰਮਦੇ ਨੇ। ਪੰਖੀ ਭੌਂਦੀਆਂ ਲੈਣ ਨਾ ਸਾਹ, ਕਈ ਪੰਛੀ ਨੇ ਉਹ ਘੁੰਮਦੇ ਰਹਿੰਦੇ ਨੇ, ਲਗਾਤਾਰ ਘੁੰਮਦੇ ਰਹਿੰਦੇ ਨੇ। ਇਸ ਤਰੀਕੇ ਮਸ਼ੀਨਾਂ ਨੇ ਘੁੰਮਦੀਆਂ ਰਹਿੰਦੀਆਂ ਨੇ। ਸਾਹ ਲੈਣ ਦੀ ਵੀ ਲੋੜ ਨਹੀਂ ਹੈਗੀ ਵੀ ਹਾਂਜੀ ਥੱਕ ਗਏ, ਮਸ਼ੀਨ ਨੇ ਕੀ ਥੱਕਣਾ। ਸੋ ਭੌਂਦੀਆਂ ਰਹਿੰਦੀਆਂ ਹਨ ਬਿਨਾਂ ਸਾਹ ਲਏ ਲਗਾਤਾਰ। ਸੂਐ ਚਾੜ ਭਵਾਈਆਂ ਜੰਤ, ਇੱਥੇ ਜੰਤ ਜੀਵਤ ਭਾਵ ਨੇ ਯੰਤਰ। ਸੂਐ ਜਿਵੇਂ ਤਕਲਾ ਹੁੰਦਾ ਹੈ, ਕਦੇ ਚਰਖਾ ਦੇਖਿਆ ਉਹਨੇ, ਉਹਦੇ ਅੱਗੇ ਤਕਲਾ ਹੁੰਦਾ ਲੋਹੇ ਦਾ, ਜਿਸ ਦੇ ਉੱਤੇ ਫਿਰ ਜਿਹੜਾ ਧਾਗਾ ਵਲਿਆ ਜਾਂਦਾ ਕੱਤ ਕੇ। ਉਹ ਸੂਆ, ਕਦੇ ਬੋਰੀਆਂ ਸਿਉਣ ਵਾਲਾ ਤੁਸੀਂ ਸੂਆ ਦੇਖਿਆ ਹੋਣਾ ਹੈ। ਇਸੇ ਤਰ੍ਹਾਂ ਹੀ ਕਈ ਐਸੀਆਂ ਚੱਕਰੀਆਂ ਨੇ ਜਿਨ੍ਹਾਂ ਦੇ ਵਿੱਚ ਧੁਰਾ ਲੋਹੇ ਦਾ ਹੁੰਦਾ ਹੈ, ਆਲੇ ਦੁਆਲੇ ਚੱਕਰ ਨੇ, ਉਹ ਘੁੰਮੀ ਜਾਂਦੇ ਨੇ, ਮਸ਼ੀਨ ਉੱਤੇ ਘੁੰਮੀ ਜਾਂਦੀ ਉਹਦੇ ਆਲੇ ਦੁਆਲੇ। ਸੂਏ ਚਾੜ ਪਵਾਈਆਂ ਜੰਤ, ਕਹਿੰਦੇ ਸੂਏ 'ਤੇ ਚੜ੍ਹਾ ਕੇ ਇਹ ਜਿਹੜੇ ਯੰਤਰ ਨੇ ਇਹ ਘੁਮਾਏ ਜਾਂਦੇ ਹਨ। ਨਾਨਕ ਭੌਂਦਿਆਂ ਗਣਤ ਨਾ ਅੰਤ, ਅਤੇ ਕਿੰਨੇ ਹੀ ਭੌਂਦੇ ਨੇ ਇਹ, ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਗਣਤ ਮੈਨੇ ਗਿਣਤੀ, ਨਾ ਅੰਤ ਹੀ ਕੋਈ ਨਹੀਂ। ਪਤਾ ਨਹੀਂ ਕਿੰਨੀਆਂ ਕੁ ਚੀਜ਼ਾਂ ਜਿਹੜੀਆਂ ਘੁੰਮ ਰਹੀਆਂ ਹਨ। ਇਹ ਤਾਂ ਕੁਝ ਉਦਾਹਰਨਾਂ ਦਿੱਤੀ। ਹਰ ਇੱਕ ਚੀਜ਼ ਹੀ ਘੁੰਮ ਰਹੀ ਹੈ। ਸੂਰਜ ਘੁੰਮ ਰਿਹਾ ਹੈ, ਧਰਤੀਆਂ ਘੁੰਮ ਰਹੀਆਂ ਨੇ, ਤਾਰੇ ਘੁੰਮ ਰਹੇ ਨੇ, ਅਤੇ ਜਿਹੜੀਆਂ ਉਹਨਾਂ ਦੇ ਉੱਤੇ ਚੀਜ਼ਾਂ ਬੈਠੀਆਂ ਤਾਂ ਆਪਣੇ ਆਪ ਹੀ ਘੁੰਮ ਰਹੀਆਂ ਨੇ। ਹੁਣ ਧਰਤੀ ਘੁੰਮ ਰਹੀ ਹੈ, ਫਿਰ ਅਸੀਂ ਵੀ ਘੁੰਮ ਹੀ ਰਹੇ ਨਾ। ਪਰ ਤੁਹਾਨੂੰ ਇਹ ਗੱਲ ਦੇਖ ਹੈਰਾਨ ਹੋਵੋਗੇ ਕਿ ਧਰਤੀ ਬੜੀ ਹੀ ਸਪੀਡ ਨਾਲ ਘੁੰਮ ਰਹੀ ਹੈ। ਧਰਤੀ 1 ਲੱਖ ਕਿਲੋਮੀਟਰ ਤੋਂ ਵੱਧ ਦੀ ਸਪੀਡ ਪ੍ਰਤੀ ਘੰਟਾ ਘੁੰਮ ਰਹੀ ਹੈ। 1 ਘੰਟੇ 'ਚ 1 ਲੱਖ ਕਿਲੋਮੀਟਰ ਤੋਂ ਵੱਧ ਦੀ ਸਪੀਡ ਨਾਲ ਘੁੰਮ ਰਹੀ ਹੈ, ਪਰ ਪਤਾ ਨਹੀਂ ਲੱਗ ਰਿਹਾ ਹੈ, ਜਿਵੇਂ ਆਰਾਮ ਨਾਲ ਬੈਠੇ। ਚਲੋ ਜੇ ਧਰਤੀ ਐਂ ਦੀ ਘੁੰਮਦੀ ਹੁੰਦੀ ਨਿਰਾ ਤਾਂ ਵੀ ਹੋਰ ਸੀ। ਨਹੀਂ, ਇਹ ਤਾਂ ਬੜੀ ਅਜੀਬ ਗੱਲ ਹੈ ਕਿ ਧਰਤੀ ਐਂ ਘੁੰਮਦੀ ਹੈ ਇਸ ਤਰ੍ਹਾਂ। ਇਸ ਦੇ ਬਾਵਜੂਦ ਵੀ ਦੇਖੋ ਆਪਾਂ ਨੂੰ ਬਿਲਕੁਲ ਨਹੀਂ ਪਤਾ ਲੱਗ ਰਿਹਾ, ਵੈਸੇ ਪੁੱਠੇ ਸਿੱਧੇ ਹੋ ਰਹੇ ਹਾਂ। ਮੰਨ ਲਓ ਇਹ ਐਂ ਧਰਤੀ ਘੁੰਮਦੀ ਹੁੰਦੀ ਫਿਰ ਤਾਂ ਕੋਈ ਗੱਲ ਨਹੀਂ ਸੀ, ਆਪਾਂ ਨਹੀਂ ਸੀ ਮਹਿਸੂਸ ਹੋਣਾ ਇਸ ਤਰ੍ਹਾਂ ਘੁੰਮ ਰਹੀ ਹੈ ਵੀ ਆਪਾਂ ਆਰਾਮ ਨਾਲ 'ਤੇ ਬੈਠੇ। ਨਹੀਂ, ਇਹ ਤਾਂ ਇਸ ਤਰ੍ਹਾਂ ਘੁੰਮਦੀ ਹੈ, ਇਸ ਤਰ੍ਹਾਂ ਘੁੰਮ ਰਹੀ ਹੈ। ਇਸ ਲਈ ਹਰ ਇੱਕ ਚੀਜ਼ ਘੁੰਮ ਰਹੀ ਹੈ। ਧਰਤੀ ਵੱਡੀ ਹੋਣ ਕਰਕੇ ਸਾਨੂੰ ਮਹਿਸੂਸ ਨਹੀਂ ਹੋ ਰਿਹਾ। ਤੁਸੀਂ ਐਂ ਸਮਝੋ ਤੁਸੀਂ ਸਾਰੀ ਧਰਤੀ 'ਤੇ ਇੱਕ ਕੀੜੀ ਦੀ ਤਰ੍ਹਾਂ ਬੈਠੇ ਹੋਏ ਹੋ, ਅਤੇ ਕੀੜੀ ਨੂੰ ਨਹੀਂ ਮਹਿਸੂਸ ਹੁੰਦਾ ਕਿ ਕੋਈ ਚੀਜ਼ ਹਿੱਲ ਰਹੀ ਹੈ, ਕੀ ਹੈ, ਉਹ ਆਪਣਾ ਧਰਤੀ ਤੁਰੀ ਜਾਂਦੀ ਹੈ। ਇਸ ਤਰ੍ਹਾਂ ਸਾਨੂੰ ਮਹਿਸੂਸ ਨਹੀਂ ਹੁੰਦਾ। ਬੰਧਨ ਬੰਧ ਪਵਾਏ ਸੋਏ, ਜਿਵੇਂ ਇਹ ਚੀਜ਼ਾਂ ਘੁੰਮ ਰਹੀਆਂ ਨੇ ਨਾ, ਇਹ ਬੰਧਨ 'ਚ ਨੇ, ਪਰਮਾਤਮਾ ਦੇ ਬੰਧਨ 'ਚ ਨੇ। ਆਪਣੀ ਮਰਜ਼ੀ ਨਾਲ ਨਹੀਂ ਘੁੰਮ ਰਹੀਆਂ, ਉਹਦੇ ਹੁਕਮ ਨਾਲ ਘੁੰਮ ਰਹੀਆਂ ਨੇ। ਇਸ ਤਰ੍ਹਾਂ ਬੰਧਨ ਬੰਧ ਪਵਾਏ ਸੋਏ, ਸੋਏ ਮੈਨੂੰ ਪਰਮਾਤਮਾ, ਉਹ ਪਰਮਾਤਮਾ ਜੀਵਾਂ ਨੂੰ ਵੀ ਬੰਧਨਾਂ 'ਚ ਪਾ ਕੇ ਨਾ ਘੁਮਾਉਂਦਾ ਹੈ। ਆਪਾਂ ਵੀ ਘੁੰਮ ਰਹੇ ਹਾਂ। ਚੱਲ ਬਈ, ਪਟਿਆਲੇ ਵਾਲਾ ਜਿਹੜਾ ਰਾਜਪੁਰੇ ਜਾ ਰਿਹਾ, ਰਾਜਪੁਰੇ ਵਾਲਾ ਪਟਿਆਲੇ ਆ ਰਿਹਾ। ਦੇਖੋ, ਪਟਿਆਲੇ ਵਾਲਾ ਨੌਕਰੀ ਕਰਨ ਰਾਜਪੁਰੇ ਜਾ ਰਿਹਾ, ਰਾਜਪੁਰੇ ਵਾਲਾ ਪਟਿਆਲੇ ਆ ਰਿਹਾ।
ਕੀ ਸਰਕਾਰ ਦਾ ਫਰਜ਼ ਨਹੀਂ ਬਣਦਾ ਪਟਿਆਲੇ ਵਾਲੇ ਪਟਿਆਲੇ ਰਹੋ ਅਤੇ ਰਾਜਪੁਰਾ ਰਾਜਪੁਰੇ ਰਹੋ ਨਾ? ਉਹ ਵੀ ਕਿਰਾਇਆ ਖਰਚ ਕਰ ਰਹੇ ਨੇ, ਉਹ ਵੀ ਕਿਰਾਇਆ ਖਰਚ ਕਰ ਰਹੇ ਨੇ, ਕੰਮ ਹੀ ਕੋਈ ਹੈ। ਪਟਿਆਲੇ ਦਾ ਟੀਚਰ ਰਾਜਪੁਰੇ ਜਾ ਰਿਹਾ ਪੜ੍ਹਾਉਣ, ਰਾਜਪੁਰੇ ਦਾ ਟੀਚਰ ਪਟਿਆਲੇ ਪੜ੍ਹਾਉਣ ਆ ਰਿਹਾ, ਵੀ ਇਹ ਕਿੱਥੋਂ ਅਕਲਮੰਦੀ ਹੈ ਜੀ? ਸਰਕਾਰ ਨੂੰ ਪੁੱਛੇ ਵੀ ਤੁਸੀਂ ਉੱਥੋਂ ਤੋਂ ਉੱਥੇ ਰਹਿਣ ਦਿਓ, ਕਿਰਾਇਆ ਤਾਂ ਘੱਟ ਤੋਂ ਘੱਟ ਟਾਈਮ ਵੀ ਬਚੇਗਾ, ਕਿਰਾਇਆ ਵੀ ਬਚੇਗਾ। ਘੰਟਾ ਆਉਣ 'ਤੇ ਲੱਗਦਾ, ਘੰਟਾ ਜਾਣ, 2 ਘੰਟੇ ਬਚ ਗਏ, ਨਾਲੇ 25-30 ਰੁਪਏ ਆਉਣ ਦੇ, 25-30 ਰੁਪਏ ਜਾਣ ਦੇ, ਇੰਨੇ ਪੈਸੇ ਬਚਣਗੇ ਨਾ। ਕਿਸੇ ਨੂੰ ਪਟਿਆਲਾ ਨੂੰ ਅੰਮ੍ਰਿਤਸਰ ਲਾ ਰੱਖਿਆ, ਅੰਮ੍ਰਿਤਸਰ ਨੂੰ ਪਟਿਆਲੇ ਲਾ ਰੱਖਿਆ, ਪਟਿਆਲੇ ਨੂੰ ਲੁਧਿਆਣੇ ਲਾ ਰੱਖਿਆ, ਲੁਧਿਆਣੇ ਨੂੰ ਪਟਿਆਲੇ ਲਾ ਰੱਖਿਆ ਹੈ। ਉਹ ਕਹਿੰਦੇ ਜੇ ਕੁਦਰਤ ਘੁਮਾਉਂਦੀ ਹੈ ਅਸੀਂ ਵੀ ਤੁਹਾਨੂੰ ਘੁਮਾਉਣਾ, ਨਹੀਂ ਤਾਂ ਕੋਈ ਜਿੱਥੇ ਜਿੱਥੇ ਹੈ ਉੱਥੇ ਲੱਗਾ ਰਹਿਣ ਦਿਓ। ਹਾਂ ਉੱਥੇ ਥਾਂ ਨਹੀਂ ਹੈ, ਫਿਰ ਅਸੀਂ ਕਹਿ ਸਕਦੇ ਹਾਂ ਕਿ ਦੇਖੋ ਭਾਈ ਆਹ ਤੁਹਾਡੇ ਸਾਹਮਣੇ ਲਿਸਟ ਹੈ, ਇਹ ਸਾਰੀ ਇਸ ਥਾਂ ਦੀ ਭਰ ਗਈ ਹੈ, ਇੱਥੇ ਕੋਈ ਪੋਸਟ ਖਾਲੀ ਨਹੀਂ, ਹੁਣ ਤਾਂ ਤੁਸੀਂ ਦੱਸੋ ਕਿੱਥੇ ਤੁਸੀਂ ਜਾਣਾ? ਅਰੇ ਨੇੜੇ ਤੋਂ ਨੇੜੇ ਲਾ ਦਿਓ, ਪਹਿਲਾਂ ਲਾ ਦਿਓ ਪਟਿਆਲੇ ਵਾਲੇ, ਲਾ ਦਿਓ ਅੰਮ੍ਰਿਤਸਰ, ਅੰਮ੍ਰਿਤਸਰ ਵਾਲੇ ਲਾ ਦਿਓ ਪਟਿਆਲੇ, ਫਿਰ ਪਟਿਆਲੇ ਵਾਲੇ ਨੂੰ ਕਹੋ ਤੂੰ ਅੰਮ੍ਰਿਤਸਰ ਵਾਲੋ, ਫਿਰ ਬੰਦਾ ਆਪਣੇ ਬੰਦੇ ਭੇਜਦੇ ਨੇ, ਅੰਮ੍ਰਿਤਸਰ ਤੋਂ ਪਟਿਆਲੇ ਜਾਣਾ? ਹਾਂ ਯਾਰ ਜਾਣਾ, ਲੱਖ ਰੁਪਏ ਹੈਗਾ, ਲੱਖ ਲੱਗੂ ਘੱਟ ਤੋਂ ਘੱਟ, ਲੱਖ ਅੰਮ੍ਰਿਤਸਰ ਵਾਲੇ ਤੋਂ ਲੈ ਪਟਿਆਲੇ ਲੈਂਦਾ, ਲੱਖ ਪਟਿਆਲੇ ਵਾਲੇ ਤੋਂ ਲੈ ਅੰਮ੍ਰਿਤਸਰ ਭੇਜਦਾ, ਉਹਨੇ ਆਪਣੀ ਆਪਣੀ ਥਾਂ 'ਤੇ ਭੇਜਦੇ। ਜੇ ਸਿੱਧੇ ਹੀ ਲਾਉਂਦੇ ਸੀ ਫਿਰ ਆਹ 2 ਲੱਖ ਨਹੀਂ ਸੀ ਮਿਲਦਾ, ਫਿਰ 2 ਲੱਖ ਨਹੀਂ ਸੀ ਨਾ ਮਿਲਦਾ। ਇਸ ਲਈ ਜਾਣ ਕੇ ਵੀ ਲਾਏ ਜਾਂਦੇ ਹਨ ਵੀ ਫਿਰ ਆਉਣਗੇ, ਫਿਰ ਕਹਾਂਗੇ ਆਪਣੇ ਏਜੰਟ ਛੱਡੇ ਨੇ, ਲਿਆ ਪਏ ਇੰਨੇ ਪੈਸੇ। ਸੋ ਜਿੱਥੇ ਕੁਦਰਤ ਘੁਮਾ ਰਹੀ ਨਾ, ਉੱਥੇ ਸਰਕਾਰਾਂ ਵੀ ਮਨੁੱਖ ਨੂੰ ਘੁਮਾਉਂਦੀਆਂ ਰਹਿੰਦੀਆਂ ਹਨ। ਕਹਿੰਦੇ ਬੰਧਨ ਬੰਧ ਭਵਾਏ ਸੋਏ, ਪਰਮਾਤਮਾ ਜੀਵ ਨੂੰ ਬੰਧਨਾਂ 'ਚ ਬੰਨ੍ਹ ਕੇ ਇਹਨੂੰ ਘੁਮਾ ਰਿਹਾ ਹੈ। ਕੋਈ ਕੋਈ ਕੰਮ ਕਰ ਰਿਹਾ, ਕੋਈ ਕੋਈ ਕੰਮ ਕਰ ਰਿਹਾ। ਪੈ ਕਿਰਤ ਨਚੈ ਸਭ ਕੋਇ, ਪੈ ਕਿਰਤ ਲਿਖੀ ਹੋਈ ਕਿਰਤ ਅਨੁਸਾਰ, ਜੋ ਪਿਛਲੇ ਜਨਮਾਂ 'ਚ ਅਸੀਂ ਕਿਰਤ ਕੀਤੀ ਉਹਦੇ ਸੰਸਕਾਰ ਬਣ ਗਏ, ਉਹ ਸਾਡੀ ਕਿਸਮਤ ਬਣ ਗਈ। ਪੈ ਕਿਰਤ ਨੱਚੈ ਸਭ ਕੋਇ, ਇਸ ਲਈ ਪਿਛਲੇ ਕੀਤੇ ਕਰਮਾਂ ਅਨੁਸਾਰ ਹਰ ਇੱਕ ਨੱਚ ਰਿਹਾ ਹੈ, ਹਰ ਇੱਕ ਨੱਚ ਰਿਹਾ ਹੈ। ਨੱਚ ਨੱਚ ਹੱਸੈਂ ਚੱਲੇ ਸੇ ਰੋਏ, ਜਿਹੜੇ ਨੱਚ ਨੱਚ ਕੇ ਖੁਸ਼ ਹੁੰਦੇ ਨਾ, ਉਹ ਜਾਣ ਵੇਲੇ ਉਹੀ ਰੋਂਦੇ ਨੇ, ਉਹੀ ਰੋਂਦੇ, ਕਿਉਂਕਿ ਨੱਚਣ 'ਚ ਹੀ ਟਾਈਮ ਲੰਘਾਤਾ। ਆਇਆ ਸੀ ਭਜਨ ਬੰਦਗੀ ਕਰਨ, ਭਜਨ ਬੰਦਗੀ ਕੀਤੀ ਨਹੀਂ, ਫਿਰ ਉੱਥੇ ਰੋਂਦਾ ਜੋ ਕੁੱਟ ਪੈਂਦੀ। ਜਮਾ ਨੇ ਕੁੱਟਣਾ ਕਿ ਤੈਨੂੰ ਭਜਨ ਬੰਦਗੀ ਕੀਤੀ ਸੀ, ਤੂੰ ਨਾਚ ਗਾਣੇ 'ਚ ਹੀ ਲੱਗਾ ਰਿਹਾ, ਭਜਨ ਬੰਦਗੀ ਕੀਤੀ ਨਹੀਂ ਹੈਗੀ। ਯਾਦ ਰੱਖਣਾ ਚਾਹੀਦਾ ਜੀਵਨ ਉਦੇਸ਼ ਹੈ। 2 ਹੀ ਉਦੇਸ਼ ਹਰ ਇੱਕ ਇਨਸਾਨ ਦੇ ਹੁੰਦੇ ਨੇ। ਪਹਿਲਾ ਉਦੇਸ਼ ਹੈ ਕਿ ਉਹ ਰੋਟੀ ਕਮਾ ਕੇ ਖਾ ਸਕੇ, ਐਸਾ ਕੋਈ ਕੰਮ ਕਰੇ ਜਿਸ ਨਾਲ ਰੋਟੀ ਖਾ ਸਕੇ ਕਮਾ ਕੇ, ਪਹਿਲਾ ਉਦੇਸ਼ ਤਾਂ ਇਹ ਹੈ। ਦੂਜਾ ਉਦੇਸ਼ ਹੁੰਦਾ ਪਰਮਾਤਮਾ ਦੀ ਪ੍ਰਾਪਤੀ। ਹੁਣ ਤੁਸੀਂ ਜੇ ਕਥਾ ਸੁਣੇ, ਕਿੰਨੇ ਤੁਹਾਡੇ 'ਚ ਵਿਦਿਆਰਥੀ ਬੈਠੇ ਹੋਣਗੇ, ਵਿਦਿਆਰਥੀ ਪੁੱਛੇ ਤੇਰਾ ਉਦੇਸ਼ ਕੀ ਹੈ? ਜਿਹਨੂੰ ਤਾਂ ਬਿਲਕੁਲ ਕਲੀਅਰ ਹੈ ਉਦੇਸ਼ ਕਿ ਮੈਂ ਪੜ੍ਹ ਕੇ ਆਹ ਬਣਨਾ, ਉਹ ਤਾਂ ਫਿਰ ਲੱਗਾ ਹੀ ਰਹਿੰਦਾ, ਉਹ ਲੱਗਾ ਰਹਿੰਦਾ। ਜਿਵੇਂ ਕਈਆਂ ਨੂੰ ਪੁੱਛੋ ਮਨੁੱਖਾ ਜੀਵਨ ਕਾਹਦੇ ਲਈ ਮਿਲੇ, ਕਹਿੰਦੇ ਈਟ ਡਰਿੰਕ ਐਂਡ ਬੀ ਮੈਰੀ, ਖਾਓ ਪੀਓ ਅਤੇ ਖੁਸ਼ ਰਹੋ, ਇਸ ਲਈ ਮਿਲਿਆ, ਇਸ ਲਈ ਮਿਲਿਆ। ਉਹ ਨਹੀਂ ਪੜ੍ਹਦੇ, ਉਹ ਤਾਂ ਕਹਿੰਦੇ ਕਾਲਜ 'ਚ ਐਸ਼ ਕਰਨਾ ਹੈ ਜੀ, ਫਿਰੋ ਤੁਰੋ ਇੱਧਰ ਉੱਧਰ ਗੱਪਾਂ ਮਾਰੋ, ਕੰਟੀਨ 'ਚ ਬੈਠ ਕੇ ਚਾਹਾਂ ਪੀਓ, ਕੋਈ ਕਿਸੇ ਮਗਰ ਫਿਰੋ ਅਤੇ ਕੋਈ ਕਿਸੇ ਮਗਰ ਫਿਰੋ, ਅਤੇ ਬਾਕੀ ਜਾਂ ਹਰ ਵਕਤ ਜਿਹੜਾ ਮੋਬਾਈਲ 'ਤੇ ਗੱਲਾਂ ਕਰੀ ਜਾਓ, ਜਾਂ ਉਸ 'ਤੇ ਬੜਾ ਕੁਝ ਦੇਖਣ ਨੂੰ ਹੈ ਉਹ ਕੁਝ ਦੇਖੀ ਜਾਓ, ਕਿਉਂਕਿ ਸਾਹਮਣੇ ਉਦੇਸ਼ ਕੋਈ ਨਹੀਂ, ਉਦੇਸ਼ ਕੋਈ ਨਹੀਂ। 9ਵੀਂ 10ਵੀਂ ਪੜ੍ਹਦੇ ਸੀ, ਐਸੇ ਕਈ ਵਾਰੀ ਆਉਂਦਾ ਸੀ, ਏਮ ਆਫ ਯੂਅਰ ਲਾਈਫ, ਤੁਹਾਡੀ ਜ਼ਿੰਦਗੀ ਦਾ ਉਦੇਸ਼ ਕੀ ਹੈ, ਵੀ ਦੇਖੀਏ ਭਲਾ ਬੱਚੇ ਨੂੰ ਕੋਈ ਪਤਾ ਦਾ ਕੀ ਉਦੇਸ਼ ਹੈ। ਪਰ ਸਮੱਸਿਆ ਉਹ ਕਿਹੜਾ ਆਪਣੇ ਵਿਚਾਰ ਲਿਖਦਾ ਸੀ, ਉਹਨੇ ਗਾਈਡ ਜੋ ਰੱਟਾ ਲਾਇਆ ਹੁੰਦਾ ਸੀ ਉਹ ਲਿਖ ਦਿੰਦਾ ਸੀ ਬਸ।
ਜੇ ਗਾਈਡ 'ਚ ਲਿਖਿਆ ਏਮ ਆਫ ਮਾਈ ਲਾਈਫ ਟੀਚਰ ਬਣਨਾ, ਉਹ ਸਾਰੇ ਲਿਖਦੇ ਮੇਰਾ ਏਮ ਟੀਚਰ ਹੈ। ਆਪਣੇ ਵਿਚਾਰ ਨਹੀਂ ਪ੍ਰਗਟ ਕਰਨੇ। ਉਹ ਜੋ ਰੱਟਾ ਲਾ ਲਿਆ ਗਾਈਡ 'ਚ ਕਿਤਾਬ 'ਚ, ਉਹੀ ਏਮ ਲਿਖਦੇ ਨੇ ਸਾਰਿਆਂ ਨੇ। ਹਰ ਬੰਦੇ ਦਾ ਉਦੇਸ਼ ਹੁੰਦਾ। ਦੋ ਉਦੇਸ਼ ਹਮੇਸ਼ਾ ਹੋਣੇ ਚਾਹੀਦੇ ਨੇ। ਇੱਕ ਉਹ ਜਿਹਦੇ ਨਾਲ ਅਸੀਂ ਰੋਟੀ ਕਮਾ ਸਕੀਏ, ਚਾਹੇ ਕੋਈ ਕੰਮ ਸਿੱਖ ਲਓ ਅਤੇ ਚਾਹੇ ਭਈ ਪੜ੍ਹ ਲਿਖ ਕੇ ਨੌਕਰੀ ਕਰ ਲਓ। ਪਹਿਲਾ ਉਦੇਸ਼ ਹੈ ਕਿ ਰੁਜ਼ਗਾਰ ਦਾ ਪ੍ਰਬੰਧ ਹੋਣਾ ਚਾਹੀਦਾ ਤੁਹਾਡਾ, ਤੁਸੀਂ ਰੋਟੀ ਕਮਾ ਕੇ ਖਾ ਸਕੋ। ਪਹਿਲਾ ਉਦੇਸ਼ ਇਹ ਸਭ ਤੋਂ ਜ਼ਰੂਰੀ ਹੈ। ਜਦੋਂ ਰੁਜ਼ਗਾਰ 'ਤੇ ਲੱਗ ਗਏ ਵੀ ਰੋਟੀ ਪਾਣੀ ਦਾ ਹੁਣ ਪ੍ਰਬੰਧ ਹੋ ਗਿਆ, ਉਦੋਂ ਦੂਜਾ ਉਦੇਸ਼ ਸ਼ੁਰੂ ਹੋ ਜਾਂਦਾ ਪਰਮਾਤਮਾ ਦੀ ਪ੍ਰਾਪਤੀ। ਅਤੇ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਹੈ ਭਜਨ ਬੰਦਗੀ। ਫਿਰ ਭਜਨ ਬੰਦਗੀ ਕਰਨੀ। ਪਹਿਲਾ ਉਦੇਸ਼ ਹੈ ਰੋਟੀ ਕਮਾਉਣੀ ਹੈ। ਉਹ ਤੁਹਾਡੀ ਆਪਣੀ ਮਰਜ਼ੀ ਹੈ। ਮਜ਼ਦੂਰੀ ਕਰਕੇ ਕਮਾਓ, ਖੇਤੀਬਾੜੀ ਕਰਕੇ ਕਮਾਓ, ਲੁਹਾਰਾ ਤਰਖਾਣਾ ਕੋਈ ਕੰਮ ਕਰਕੇ ਕਮਾਓ, ਪੜ੍ਹਾਈ ਕਰਕੇ ਕਮਾਓ, ਦੁਕਾਨਦਾਰੀ ਕਰਕੇ ਕਮਾਓ। ਉਹ ਇੱਕ ਤਾਂ ਇਹ ਉਦੇਸ਼ ਚਾਹੀਦਾ ਹੈ। ਅਤੇ ਦੂਸਰਾ ਉਹ ਤੋਂ ਬਾਅਦ ਫਿਰ ਉਦੇਸ਼ ਹੈ ਪਰਮਾਤਮਾ ਦੀ ਪ੍ਰਾਪਤੀ। ਸੋ ਕਈ ਨੱਚ ਹੱਸਦੇ ਨੇ, ਖੁਸ਼ ਨੇ, ਚੱਲੇ ਸਰੋਏ, ਪਰ ਜੋ ਜਾਂਦੇ ਨਾ ਫਿਰ ਹੁੰਦੇ ਜਾਂਦੇ ਨੇ। ਫਿਰ ਹੁੰਦੇ ਕਈ ਜਮਦੂਤ ਕੁੱਟੀ ਜਾਂਦੇ ਨੇ ਵੀ ਤੈਨੂੰ ਭੇਜਿਆ ਸੀ ਨਾਮ ਜਪਣ ਨੂੰ, ਨਾਮ ਤਾਂ ਤੂੰ ਜਪੇ ਨੇ ਅਤੇ ਨੱਚੀ ਟੱਪੀ ਗਿਆ ਤੂੰ ਸਾਰੀ ਉਮਰ। ਉੱਡ ਨਾ ਜਾਹੀਂ ਸਿੱਧ ਨਾ ਹੋਏ। ਇਹ ਜਿਹੜੇ ਸਵਾਂਗ ਰਚਣ ਵਾਲੇ ਨਾ, ਇਹ ਉੱਡ ਕੇ ਨਹੀਂ ਕਿਤੇ ਜਾ ਸਕਦੇ, ਅਤੇ ਨਾ ਇਹ ਸਿੱਧ ਪੁਰਸ਼ ਹੋ ਸਕਦੇ ਹਨ, ਨਾ ਇਹ ਸੰਤ ਮਹਾਤਮਾ ਹੋ ਸਕਦੇ ਨੇ। ਕਿਉਂ? ਇਹ ਤਾਂ ਰੋਟੀਆਂ ਕਾਰਨ ਪੂਰੇ ਤਾਲ ਹੈ। ਮੈਂ ਸਾਰੀ ਉਮਰ ਪੈਸੇ ਲੈ ਕੇ ਹੀ ਪਾਠ ਕਰਦਾ ਅਤੇ ਮੈਂ ਜਿਹੋ ਜਿਹਾ ਹੈ ਉਹੋ ਜਿਹੇ ਰਹਿ ਜਾਵਾਂਗਾ। ਮੇਰੇ ਪੱਲੇ 'ਤੇ ਕੁਛ ਹੋਣਾ ਨਹੀਂ। ਮੈਂ ਤਾਂ ਆਪਣਾ ਪਾਠ ਵੇਚਦਾ, ਪੱਲੇ 'ਤੇ ਕੁਛ ਵੀ ਨਹੀਂ। ਅਤੇ ਉਹਨੇ ਪੁੱਛਣਾ ਵੀ ਤੂੰ ਕਰਦਾ ਕੀ ਰਿਹਾ? ਚੱਲ ਠੀਕ ਹੈ, ਤੇਰਾ ਜੇ ਕਮਾਈ ਦਾ ਸਾਧਨ ਸੀ ਪਾਠ, ਚਲੋ ਠੀਕ ਮੰਨੇ, ਤੂੰ ਕਮਾਈ ਦਾ ਇੱਕ ਸਾਧਨ ਬਣਾ ਲੈ। ਜਦ ਤੇਰਾ ਕਮਾਈ ਦਾ ਸਾਧਨ ਹੋ ਗਿਆ, ਉਸ ਤੋਂ ਬਾਅਦ ਤੂੰ ਕੀ ਕੀਤਾ ਹੈ? ਕੀ ਤੂੰ ਪਰਮਾਤਮਾ ਦੀ ਭਜਨ ਬੰਦਗੀ ਲਈ ਭਜਨ ਨਾਮ ਜਪਿਆ ਕਿ ਸਿਰਫ ਪੈਸੇ ਲਈ ਹੀ ਸਾਰੀ ਉਮਰ ਪੜ੍ਹ ਕਰਦਾ ਰਿਹਾ? ਮੈਂ ਇਹ ਨਹੀਂ ਕਹਿੰਦਾ ਕਿ ਜਿਹੜਾ ਹੈ ਪੈਸੇ ਲੈ ਕੇ ਪਾਠ ਨਾ ਕਰੋ, ਨਹੀਂ, ਠੀਕ ਹੈ, ਕਿਰਤ ਹੈ ਵੀ। ਪਾਠ ਕਰਨਾ ਤੇ ਥਾਂ 'ਤੇ ਪੈਸੇ ਲੈਣੇ ਇੱਕ ਕਿਰਤ ਹੈ। ਕੀਰਤਨ ਕਰਨਾ ਉਹਦੇ ਪੈਸੇ ਲੈਣਾ ਇਹ ਕਿਰਤ ਹੈ। ਕਥਾ ਕਰਨਾ ਉਹਦੇ ਪੈਸੇ ਲੈਣਾ ਕਿਰਤ ਹੈ। ਦੀਵਾਨ ਲਾਉਣਾ ਉਹਦੇ ਥਾਂ 'ਤੇ ਪੈਸੇ ਲੈਣਾ ਕਿ ਕਿਰਤ ਹੈ। ਇਹ ਤਾਂ ਕਿਰਤ ਹੈ। ਇਹ ਤਾਂ ਫੈਸਲਾ ਹੋ ਗਿਆ ਕਿ ਮੇਰਾ ਕਮਾਈ ਦਾ ਸਾਧਨ ਹੈ। ਉਹ ਦੂਜਾ ਹੈ ਉਦੇਸ਼ ਹੈ ਕਿ ਪਰਮਾਤਮਾ ਦੀ ਪ੍ਰਾਪਤੀ। ਜਿਹੜਾ ਦੂਜਾ ਉਦੇਸ਼ ਹੈ, ਜਦੋਂ ਉਸ ਲਈ ਤੁਸੀਂ ਭਜਨ ਬੰਦਗੀ ਕਰੋਗੇ, ਫਿਰ ਉੱਥੇ ਆਦਰ ਮਾਣ ਸਤਿਕਾਰ ਹੋਏਗਾ ਧਰਮਰਾਜ ਦੇ ਕਿ ਇਹਨੇ ਠੀਕ ਹੈ ਕਿਰਤ ਕੀਤੀ ਨਾਲ ਅੱਡ ਭਜਨ ਬੰਦਗੀ ਵੀ ਕੀਤੀ। ਠੀਕ, ਕਿਰਤ ਲਈ ਵੀ ਪਾਠ ਕੀਤਾ, ਕਿਰਤ ਕੀਤੀ ਹੈ, ਮੁਫਤ ਨਹੀਂ ਲੈ। ਅੱਗੋਂ ਦੇਖਿਆ, ਪਿੱਛੋਂ ਦੇਖਿਆ, ਵਿੱਚੋਂ ਤੇਰਾ ਦਰਸ਼ਨ ਕਰਿਆ ਵਾਲੀ ਗੱਲ ਨਹੀਂ ਕੀਤੀ ਹੈ। ਅੱਗੋਂ ਪੜ੍ਹੀਏ, ਪਿੱਛੋਂ ਪੜ੍ਹੀਏ, ਵਿੱਚੋਂ ਤੇਰਾ ਦਰਸ਼ਨ ਕਰੀਏ। ਇਹ ਵੀ ਕਿਤੇ ਹੋਇਆ ਹੋਣਾ, ਤਾਂ ਹੀ ਕਹਾਵਤ ਬਣੀ ਹੈ। ਸਹਿਜ ਪੜ੍ਹ ਕੇ ਚੱਲ ਰਿਹਾ ਹੁਣ ਹੈ। ਅਨਪੜ੍ਹ ਸਾਰਾ ਤਬਕਾ ਹੁੰਦਾ ਸੀ। ਭਾਈ ਆਇਆ, 5-7 ਸਾਲ ਪੜ੍ਹੇ, 15-20 ਉਲਟਾਤੇ, ਫਿਰ 2-4 ਪੜ੍ਹੇ, ਫਿਰ 15-20 ਉਲਟਾਤੇ। ਜਾਂਦਿਆਂ ਸਫਾ 100 ਹੋਇਆ, ਕਾਪੀ ਲੈ ਕੇ 150 ਸਫਾ ਕਰ ਲਿਆ ਪਾਠ। ਅੱਗੇ 150 ਸਫਾ ਤਾਂ ਸ਼ੁਰੂ ਕਰ ਲਿਆ ਹੈ। ਇਸ ਤਰ੍ਹਾਂ ਕੀਤਾ, ਚਲੋ ਜੀ ਹੋ ਗਿਆ, ਸਹਿਜ ਪਾਠ ਹੋ ਗਿਆ। ਅਜਿਹਾ ਕਿਤੇ ਹੋਇਆ ਹੁਣੇ, ਕਹਾਵਤ ਐ ਨਹੀਂ ਬਣੀ। ਅੱਗੋਂ ਪੜ੍ਹਿਆ, ਪਿੱਛੋਂ ਪੜ੍ਹਿਆ, ਵਿੱਚੋਂ ਤੇਰਾ ਦਰਸ਼ਨ ਕਰਿਆ। ਇਹੋ ਜਿਹਾ ਦਾ ਕੁਟਾਪਾ ਹੁੰਦਾ ਫਿਰ ਵੀ ਆ ਕਰਾਉਣੇ ਆ ਤੈਨੂੰ ਦਰਸ਼ਨ।
ਤੂੰ ਪੈਸੇ ਲੈ ਲੈ ਤੇ ਕੀਤਾ ਤੂੰ ਕੀ ਹੈ? ਕੀਤਾ ਤੂੰ ਕੀ? ਪੈਸੇ ਲੈ ਲੈ, ਪਾੜ ਦੇ, ਤੇ ਵਿੱਚ ਮੋਬਾਈਲ ਵੀ ਸੁਣ ਰਿਹਾ ਹੈ, ਕੋਈ ਆ ਗਿਆ ਉਹਦੇ ਨਾਲ ਗੱਲਾਂ ਵੀ ਕਰ ਰਿਹਾ ਹੈ। ਫਿਰ ਇਹੋ ਜਿਹਾ ਉੱਥੇ ਕੁਟਾਪਾ ਹੁੰਦਾ ਵੀ ਉਹ ਦੱਸ ਦਿਆ ਤੁਹਾਨੂੰ, ਤੁਸੀਂ ਇਹਦਾ ਜਿਹੜੀ ਕਿਰਤ ਕੀਤੀ ਇਹ ਹੈ ਹਰਾਮ ਦੀ ਕੀਤੀ ਤੁਸੀਂ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਨੇ ਉੱਡ ਨਾ ਜਾਹੀਂ ਸਿੱਧ ਨਾ ਹੋਏ। ਇਹ ਜਿਹੜੇ ਸਵਾਂਗ ਰਚਣ ਵਾਲੇ ਨੇ ਇਹ ਉੱਡ ਕੇ ਨਹੀਂ, ਇਹ ਉੱਡ ਨਹੀਂ ਸਕਦੇ ਹੈਗੇ, ਕਿਉਂਕਿ ਉੱਡਣ ਲਈ ਸਿੱਧੀ ਚਾਹੀਦੀ ਹੈ। ਇੱਕ ਸਿੱਧੀ 18 ਸਿੱਧੀਆਂ 'ਚ ਇੱਕ ਸਿੱਧੀ ਹੈ ਜਿਸ ਦੇ ਨਾਲ ਤੁਸੀਂ ਉੱਡ ਸਕਦੇ ਹੋ। ਮੈਨੂੰ ਮਹਾਂਪੁਰਖਾਂ ਦਾ ਨਾਂ ਭੁੱਲ ਗਿਆ, ਬਹੁਤ ਪੁਰਾਤਨ ਗੱਲ ਹੈ। ਕਿਸੇ ਮਹਾਂਪੁਰਖ ਕੋਲੇ ਉਦੋਂ ਕਾਰ ਹੁੰਦੀ ਸੀ, ਉਹਨਾਂ ਕੋਲ ਜੀਪ ਸੀ। ਉਹਨਾਂ ਨੂੰ ਪਤਾ ਲੱਗਿਆ ਵੀ ਅੱਗੇ ਮਾਰਨ ਵਾਲੇ ਇਕੱਠੇ ਹੋਏ ਨੇ ਰਾਹ 'ਤੇ। ਹੁਣ ਉਹ ਵੀ ਸ਼ਕਤੀ ਵਾਲੇ ਬੰਦੇ ਸਨ। ਉਹਨਾਂ ਆਪਣੀ ਜਦ ਨੇੜੇ ਪਹੁੰਚੀ ਉਹਨੇ ਜੀਪ ਉਹਨਾਂ ਆਪਣੀ ਜੀਪ ਉੱਪਰ ਨੂੰ ਉਡਾਤੀ, ਉੱਤੋਂ ਉਡਾ ਕੇ ਉਹਨੇ ਉੱਤੋਂ ਦੀ ਲੰਘਾ ਕੇ ਪਰ ਜਾ ਕੇ ਫਿਰ ਧਰਤੀ 'ਤੇ ਟਿਕਾ ਤੇ ਜੀਪ ਚਲਾਉਣੀ ਸ਼ੁਰੂ ਕਰ ਦਿੱਤੀ। ਉਹ ਵੇਖਦੇ ਹੀ ਰਹਿ ਗਏ। ਇਹ ਵੀ ਇੱਕ ਸਿੱਧੀ ਹੈ, 18 ਸਿੱਧੀਆਂ ਦੇ ਵਿੱਚੋਂ ਇੱਕ ਸਿੱਧੀ ਹੈ ਕਿ ਤੁਸੀਂ ਉੱਡ ਸਕਦੇ ਹੋ। ਜਿਵੇਂ ਜੋਗੀ ਉੱਡਦੇ ਸਨ, ਗੁਰੂ ਨਾਨਕ ਦੇਵ ਨੂੰ ਪ੍ਰਭਾਵਿਤ ਕਰਨ ਲਈ ਆਕਾਸ਼ 'ਚ ਉੱਡਦੇ ਸਨ। ਗੁਰੂ ਮਹਾਰਾਜ ਨੇ ਸੋਚਿਆ ਵੀ ਇਹਨਾਂ ਨੇ ਤਾਂ ਸਾਰੀ ਭਜਨ ਬੰਦਗੀ ਇਸੇ ਕੰਮ 'ਤੇ ਹੀ ਲਾਤੀ ਹੈ। ਭਜਨ ਬੰਦਗੀ ਕਰਨੀ ਪਰਮਾਤਮਾ ਦੀ ਪ੍ਰਾਪਤੀ ਲਈ। ਇਹ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ, ਉੱਡ ਕੇ ਵਿਖਾਉਂਦੇ ਨੇ ਅਸੀਂ ਆਕਾਸ਼ 'ਚ ਉੱਡ ਸਕਦੇ ਹਾਂ। ਇਹ ਤਾਂ ਰੋਟੀਆਂ ਕਰਨ ਪੂਰੇ ਤਾਲ। ਉਹਨਾਂ ਨੇ ਹੇਠਾਂ ਬੈਠੇ ਨੇ ਆਪਣੀ ਖੜਾਂ ਛੱਡਤੀ ਉੱਪਰ ਨੂੰ, ਖੜਾਵਾਂ ਪਾਉਂਦੇ ਸੀ ਪਹਿਲਾਂ। ਉਹ ਜਿਹੜਾ ਸਿੱਧ ਉੱਡ ਰਿਹਾ ਸੀ ਉਹਦੇ ਸਿਰ 'ਚ ਖੜਾਂ ਵੱਜੇ, ਉਹ ਹੇਠਾਂ ਡਿੱਗ ਪਏ। ਦੂਜੇ ਦੇ ਖੜਾਂ ਵੱਜੇ, ਉਹ ਵੀ ਹੇਠਾਂ ਡਿੱਗ ਪਿਆ। ਤੀਜੇ ਦੇ ਸਿਰ 'ਚ ਖੜਾਂ ਵੱਜੀ, ਸਾਰੇ ਹੇਠਾਂ ਡਿੱਗ ਲਏ। ਆ ਕੇ ਬਹਿ ਗਏ ਆਰਾਮ ਨਾਲ। ਉਹ ਕਹਿੰਦੇ ਸਿੱਧੋ, ਗੁਰੂ ਮਹਾਰਾਜ ਕਹਿੰਦੇ ਤੁਸੀਂ ਇਸ ਕੰਮ ਲਈ ਹੀ ਬਸ ਉੱਥੇ ਪਹਾੜਾਂ 'ਤੇ ਬੈਠੇ ਹੋ। ਇਹ ਚੱਲ ਬਟਾਲੇ ਦੀ ਗੱਲ ਹੈ, ਉਦੋਂ ਆ ਜਾਇਆ ਕਰਦੇ ਸਨ ਬਹੁਤ ਸਾਰੇ ਸਾਧੂ। ਉੱਥੇ ਬਟਾਲੇ ਦੇ ਨਜ਼ਦੀਕ ਹੀ ਅਚਲ ਬਟਾਲਾ ਜਗ੍ਹਾ ਹੈ, ਉੱਥੇ ਸਾਧੂ ਆਇਆ ਕਰਦੇ ਸਨ। ਉੱਥੇ ਗੁਰੂ ਨਾਨਕ ਦੇਵ ਗਏ ਸਨ। ਉੱਥੇ ਫਿਰ ਉਹਨਾਂ ਵਿਚਾਰ ਵਟਾਂਦਰਾ ਹੋਇਆ ਸੀ ਕਿ ਤੁਸੀਂ ਜਿਹੜੀ ਸਾਰੀ ਆਪਣੀ ਸ਼ਕਤੀ ਇਹਨਾਂ ਕੰਮਾਂ 'ਤੇ ਹੀ ਲਾਤੀ ਹੈ। ਇੰਨੇ ਸਾਲ ਭਜਨ ਬੰਦਗੀ ਕੀਤੀ, ਇਸੇ ਕੰਮ ਲਈ ਕੀਤੀ। ਭਜਨ ਬੰਦਗੀ ਕਹਿੰਦੇ ਪਰਮਾਤਮਾ ਦੀ ਪ੍ਰਾਪਤੀ ਲਈ। ਸੋ ਇਹੋ ਜਿਹੇ ਲੋਕ ਜਿਹੜੇ ਸਵਾਂਗ ਰਚਦੇ ਨੇ ਇਹ ਤਾਂ ਸਿੱਧ ਵੀ ਨਹੀਂ ਹੁੰਦੇ, ਨਾ ਇਹ ਸਿੱਧ ਹੋ ਸਕਦੇ ਨੇ, ਨਾ ਕਿਤੇ ਉੱਡ ਕੇ ਜਾ ਸਕਦੇ। ਨੱਚਣ ਕੁੱਦਣ ਮਨ ਕਾ ਚਾਓ, ਇਹ ਤਾਂ ਮਨ ਦਾ ਚਾਅ ਹੈ ਵੀ ਨੱਚ ਕੁੱਦ ਲਿਆ, ਮਨ ਖੁਸ਼ ਹੋ ਗਿਆ। ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ। ਇੱਕ ਭੱਬਾ ਉਡਣੋਂ ਕਿਰਪਾਓ, ਇਹ ਹੁੰਦਾ ਡਰ। ਦੂਜਾ ਭਾਓ, ਭੱਬੇ ਨੂੰ ਕੰਨਾ ਉਡਣੋਂ ਕਿਰਪਾਓ, ਉਹਦਾ ਪਿਆਰ। ਨਾਨਕ ਜਿਨ ਮਨ ਭਾਓ, ਜਿਨ੍ਹਾਂ ਦੇ ਮਨ 'ਚ ਰੱਬੀ ਡਰ ਹੈ ਨਾ, ਜਿਹੜੇ ਰੱਬ ਤੋਂ ਡਰ ਕੇ ਰਹਿੰਦੇ ਨੇ, ਤਿਨਾ ਮਨ ਭਾਓ, ਉਹਨਾਂ ਦੇ ਮਨ 'ਚ ਰੱਬ ਪ੍ਰਤੀ ਪਿਆਰ ਹੈ। ਬੱਚਾ ਆਪਣੇ ਬਾਪ ਤੋਂ ਡਰਦਾ ਹੀ ਨਹੀਂ, ਇਹਦੇ ਮਤਲਬ ਬੱਚੇ ਦੇ ਮਨ 'ਚ ਪਰਮਾਤਮਾ ਆਪਣੇ ਪਿਤਾ ਪ੍ਰਤੀ ਕੋਈ ਪਿਆਰ ਨਹੀਂ ਹੈ। ਬੱਚਾ ਸ਼ਰਾਰਤ ਕਰ ਰਿਹਾ, ਬਾਪ ਆਇਆ, ਉਹ ਸ਼ਰਾਰਤ ਕਰਨੋਂ ਨਹੀਂ ਹਟਿਆ। ਇਹਦੋਂ ਕੋਈ ਨਹੀਂ ਬਾਪ ਦੀ ਪਰਵਾਹ ਕਰ ਰਿਹਾ। ਆ ਗਿਆ ਉਹ ਕਹਿੰਦਾ ਓਏ ਸ਼ਰਾਰਤ ਬੰਦ ਕਰ ਦੇ, ਉਹ ਫਿਰ ਵੀ ਕਰੀ ਜਾ ਰਿਹਾ। ਇਹੋ ਜਿਹੇ ਪੁੱਤਰ ਕਹਿੰਦੇ ਫਜ਼ੂਲ ਹੈ। ਕਹੀ ਜੋ ਪੁੱਤਰ ਨਾ ਤੁਹਾਡੇ ਤੋਂ ਡਰਿਆ ਹੋ, ਨਹੀਂ ਤੇ ਜੇ ਸ਼ਰਾਰਤ ਕਰ ਰਿਹਾ, ਗਲਤ ਕੰਮ ਕਰ, ਦੇ ਪਿਤਾ ਜੀ ਆ ਗਏ ਇੱਕਦਮ ਛੱਡ ਦਿੰਦਾ ਹੈ। ਨਹੀਂ, ਉਸੇ ਤਰ੍ਹਾਂ ਕਰੀ ਜਾ ਰਿਹਾ ਹੈ, ਉਸੇ ਤਰ੍ਹਾਂ ਕਰੀ ਜਾ ਰਿਹਾ। ਉਹ ਤੁਹਾਨੂੰ ਕੋਈ ਬਾਪ ਬੂਪ ਨਹੀਂ ਸਮਝਦੇ, ਨਾ ਤੁਹਾਡੇ ਤੋਂ ਕੋਈ ਡਰਦਾ ਹੈ। ਤੁਸੀਂ ਉਹਨੂੰ ਪੁੱਤਰ ਸਮਝੀ ਜਾਓ। ਇੱਕ ਦੇ ਸਮਝਣ ਨਾਲ ਕੀ ਬਣੇਗਾ? ਮੇਰੀ ਘਰ ਵਾਲੇ ਮੈਨੂੰ ਪਤੀ ਹੀ ਨਹੀਂ ਸਮਝਦੀ ਅਤੇ ਮੈਂ ਉਹਨੂੰ ਸਮਝਿਆ ਪਤਨੀ। ਮੇਰੇ ਇੱਕ ਦੇ ਸਮਝਣ ਨਾਲ ਕਿਆ ਬਣੇਗਾ? ਵੇ ਇੱਕ ਦੇ ਸਮਝਣ ਨਾਲ ਨਹੀਂ ਗੱਲ ਬਣੇਗੀ। ਪੁੱਤਰ ਸਮਝੇ, ਪਿਤਾ ਸਮਝੇ ਮੇਰਾ ਪੁੱਤਰ ਹੈ, ਪੁੱਤਰ ਪਰਵਾਹ ਨਹੀਂ ਕਰ ਰਿਹਾ। ਅੱਜ ਇੱਕ ਮੇਰੀ ਲੜਕੀ ਜੀ ਫਲਾਣੇ ਨੂੰ ਪਿਆਰ ਕਰਦੀ, ਮੈਂ ਕਹਿੰਦੀ ਮੈਂ ਉਹਦੇ ਨਾਲ ਵਿਆਹ ਕਰਨਾ, ਮੈਂ ਕਰ ਦਿਓ ਜੀ। ਨਹੀਂ ਜੀ, ਕੋਈ ਪਾੜ ਦੇ ਦਿਓ ਜੀ। ਮੈਂ ਯਾਰ ਮੈਂ 1 ਮਿੰਟ ਠਹਿਰ ਜਾ, ਉਹ ਕੋਈ ਨਾ ਮੰਨ ਲਿਆ, ਉਹ ਸੰਜੋਗ ਹੈ ਉਹਦੇ ਨਾਲ। ਮੈਂ ਭਰਾਵਾ ਇਹਦੇ ਨਾਲ ਹੀ ਸੰਜੋਗ ਹੀ ਕਰਨਾ, ਕਰ ਦੇ, ਨਹੀਂ ਭੱਜ ਜਾਣੇ।
ਨਹੀਂ ਤੇ ਇਹਨੇ ਭੱਜ ਜਾਣਾ ਹੀ, ਬਾਕੀ ਤੇਰੀ ਮਰਜ਼ੀ ਹੈ। ਨਹੀਂ ਜੇ ਕੋਈ ਪਾੜ ਦੇਦਾ ਤੇ ਵਿਚਾਰ ਬਦਲ ਜਾਣਾ। ਮੈਂ ਯਾਰ ਜਿਹੜੇ ਧੁਰੇ ਪਿਆ ਸੰਯੋਗ, ਇਹ ਗੁਰੂ ਵੀ ਸੰਯੋਗਾਂ ਨਾਲ ਮਿਲਦੇ। ਨਾਨਕ ਸਤਿਗੁਰ ਤੇ ਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਯੋਗ। ਇਹ ਗੁਰੂ ਵੀ ਪਿਛਲੇ ਜਨਮ ਦੇ ਸੰਯੋਗਾਂ ਨਾਲ ਮਿਲਦਾ। ਇਹ ਗੁਰੂ ਐਵੇਂ ਨਹੀਂ ਮਿਲ ਪੈਂਦਾ। ਇਹ ਤਾਂ ਪਿਛਲੇ ਜਨਮਾਂ ਦੇ ਸੰਯੋਗ ਸਨ ਸਾਡੇ, ਤਾਂ ਅਸੀਂ ਗੁਰੂ ਵਾਲੇ ਬਣੇ ਹੋਏ। ਐਵੇਂ ਨਹੀਂ ਹੈ, ਇਹ ਸੰਯੋਗ ਹੁੰਦੇ ਨੇ, ਪਰ ਤੇਰੀ ਮਰਜ਼ੀ ਹੈ। ਸੋ ਇਸ ਲਈ ਲੜਕੀ ਕਹਿਣਾ ਨਹੀਂ ਮੰਨ ਰਹੀ। ਲੜਕੀ ਬਾਪ ਨੂੰ ਬਾਪ ਹੀ ਨਹੀਂ ਸਮਝ ਰਹੀ। ਬਾਪ ਵਿਚਾਰਾ ਲੜਕੀ ਨੂੰ ਆਪਣੀ ਲੜਕੀ ਸਮਝ ਰਿਹਾ ਹੈ। ਇੱਕ ਪਾਸੜ ਹੈ, ਨਹੀਂ ਗੱਲ ਬਣਦੀ। ਜਿਹੜਾ ਇੱਕ ਪਾਸੜ ਪਿਆਰ ਹੁੰਦਾ, ਇਹਨੂੰ ਮੋਹ ਕਹਿੰਦੇ ਨੇ। ਮਾਂ ਪਿਓ ਮੋਹ 'ਚ ਹੁੰਦੇ ਨੇ, ਬੱਚੇ ਨੂੰ ਮਾਂ ਬਾਪ ਨਾਲ ਕੋਈ ਮੋਹ ਨਹੀਂ ਹੁੰਦਾ। ਇਹ ਤਾਂ ਉਹਨਾਂ ਚਿਰ ਜਿੰਨਾ ਉਹ ਲੋੜ ਹੈ ਰੋਟੀ ਪਾਣੀ ਦੀ, ਕੱਪੜਿਆਂ ਦੀ। ਜਿੱਦੇ ਆਪਣੇ ਕਮਾਉਣ ਜੋਗਾ ਹੋ ਗਏ ਨਾ, ਕਿਹੜਾ ਬਾਪੂ ਕਿਹੜੀ ਬੇਬੇ, ਇਹ ਤਾਂ ਉਹਨਾਂ ਚਿਰ ਹੀ ਹੈ। ਇਹ ਮੰਮੀ ਡੈਡੀ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਕੋਈ ਖਾਣ ਨੂੰ ਚੀਜ਼ ਕੋਈ ਚਾਹੀਦੀ, ਪਹਿਨਣ ਨੂੰ ਚਾਹੀਦੇ, ਉਹਦੇ ਖਤਮ, ਮੋਹ ਖਤਮ। ਮੋਹ ਮੈਂ ਦੇਖਿਆ ਮਾਂ ਬਾਪ 'ਚ ਹੁੰਦਾ, ਬੱਚਿਆਂ 'ਚ ਮਾਂ ਕੋਈ ਮੋਹ ਨਹੀਂ ਹੁੰਦਾ ਹੈਗਾ। ਮੈਂ ਆਪ ਦੇਖਿਆ ਕੁੜੀ ਦਾ ਬਾਪ PGI ਦਾਖਲ ਹੈ, ਹਾਰਟ ਅਟੈਕ ਹੋਇਆ ਹੈ, ਉਹਨੇ ਜਹਾਜ਼ ਫੜਿਆ ਕੈਨੇਡਾ ਚਲੇ ਗਏ। ਬਾਪ PGI ਦਾਖਲ ਹੋਈ ਜਾ ਦਾਖਲ। ਉਹ ਕਹਿੰਦੇ ਬਾਪ ਮਰ ਜਾਏਗਾ ਤਾਂ ਕੋਈ ਫਰਕ ਨਹੀਂ ਪੈਂਦਾ, ਕੈਨੇਡਾ ਨਾ ਕਿਤੇ ਰਹਿ ਜੇ। ਉਸ ਦਾ ਫਿਰ ਕੈਨੇਡਾ ਜਾ ਹੀ ਨਾ ਸਕੀ। ਸੋ ਇਸ ਲਈ ਨਾਨਕ ਜਿਨ ਮਨ ਭਾਉ, ਜਿਨ੍ਹਾਂ ਦੇ ਮਨ 'ਚ ਡਰ ਹੈ ਨਾ ਪਰਮਾਤਮਾ ਪ੍ਰਤੀ, ਤਿਨਾਂ ਮਨ ਭਾਉ, ਉਹਨਾਂ ਦੇ ਮਨ 'ਚ ਹੀ ਪਿਆਰ ਹੁੰਦਾ। ਜਿਸ ਬੱਚੇ ਨੂੰ ਮਾਂ ਪਿਓ ਦਾ ਡਰ ਹੈ, ਸਮਝੋ ਉਹੀ ਮਾਂ ਪਿਓ ਨੂੰ ਪਿਆਰ ਕਰਦਾ। ਜਿਹੜਾ ਮਾਂ ਪਿਓ ਤੋਂ ਡਰ ਹੀ ਨਹੀਂ ਰਿਹਾ, ਇਹਦਾ ਮਤਲਬ ਕੋਈ ਪਿਆਰ ਨਹੀਂ ਹੈ। ਮੈਂ ਰੱਬ ਤੋਂ ਡਰਦਾ ਹੀ ਨਹੀਂ, ਮੇਰਾ ਰੱਬ ਨਾਲ ਕੋਈ ਪਿਆਰ ਨਹੀਂ ਹੈ, ਐਂ ਝੂਠਾ ਵਿਖਾਵਾ। ਮੈਂ ਗੁਰੂ ਮਹਾਰਾਜ ਤੋਂ ਡਰਦਾ ਹੀ ਨਹੀਂ, ਉਂਝ ਮੱਥੇ ਟੇਕੀ ਜਾਂਦਾ, ਝੂਠੇ ਵਿਖਾਵੇ ਨੇ। ਜਿੱਥੇ ਡਰ ਹੈ ਉੱਥੇ ਪਿਆਰ ਹੈ। ਪੌੜੀ। ਨਾਉ ਤੇਰਾ ਨਿਰੰਕਾਰ ਹੈ, ਨਾਏ ਲੈ ਨਰਕ ਨਾ ਜਾਈਏ। ਜੀਓ ਪਿੰਡ ਸਭ ਤਿਸ ਦਾ, ਦੇ ਖਾਜੈ ਆਖ ਗਵਾਈਏ। ਜੇ ਲੋੜੈ ਚੰਗਾ ਆਪਣਾ, ਕਰ ਪੁੰਨੁ ਨੀਚ ਸਦਾਈਏ। ਜੇ ਜਰਵਾਣਾ ਪਰ ਹਰੈ, ਜਰ ਵੇਸ ਕਰੇਂਦੀ ਆਈਏ। ਕੋ ਰਹਿ ਨ ਭਰੀਏ ਪਾਈਏ। ਨਾਉ ਤੇਰਾ ਨਿਰੰਕਾਰ ਹੈ। ਹੇ ਪਰਮਾਤਮਾ, ਤੇਰਾ ਨਾਂ ਨਿਰੰਕਾਰ ਹੈ। ਕਿਉਂ? ਉਹਦਾ ਆਕਾਰ ਹੀ ਕੋਈ ਨਹੀਂ। ਨਾਮ ਤੇ ਕੋਈ ਰੱਖਣਾ ਹੀ ਸੀ। ਹਰ ਇੱਕ ਚੀਜ਼ ਦਾ ਨਾਮ ਹੈ। ਮੈਂ ਇੱਕ ਵਾਰ ਬੈਠਾ ਸੋਚਦਾ ਵੀ ਦੇਖੋ 84 ਲੱਖ ਜੂਨੀਆਂ, ਹਰ ਇੱਕ ਦਾ ਨਾਮ ਰੱਖਿਆ ਹੋਇਆ, ਔਰ ਉਸ ਨਾਮ ਦਾ ਸਾਰਿਆਂ ਨੂੰ ਪਤਾ ਹੈ। ਹੁਣ ਤੂੰ ਦਰਖਤ ਹੀ ਲੜ, ਕਿੱਕਰ ਹੈ ਜੀ, ਟਾਹਲੀ ਹੈ, ਇਹ ਨਿੰਮ ਹੈ, ਇਹ ਤੂਤ ਹੈ, ਫਲਾਂ ਹੈ। ਕਮਾਲ ਹੈ। ਨਿੰਮ ਨੂੰ ਸਾਰੇ ਲੋਕ ਕਹਿੰਦੇ ਹਾਂ ਇਹ ਨਿੰਮ ਹੈ। ਕਿੱਕਰ ਕਿਸੇ ਨੇ ਨਾਮ ਰੱਖਤਾ, ਕਿੱਕਰ ਨੂੰ ਸਾਰੇ ਹੀ ਕਹਿਣਗੇ ਕਿੱਕਰ ਹੈ। ਕਿੱਕਰ ਨੂੰ ਕੋਈ ਨਿੰਮ ਨਹੀਂ ਕਹੇਗਾ, ਕਿੱਕਰ ਹੀ ਕਹਿਣਗੇ। ਫਿਰ ਉਹ ਪ੍ਰਸਿੱਧ ਵੀ ਹੋ ਗਏ, ਪ੍ਰਚਲਿਤ ਵੀ ਹੋ ਗਏ ਸਾਰੇ। ਪਹਿਲਾ ਬੰਦਾ ਜਿਹਨਾਂ ਨਾਮ ਰੱਖਦਾ ਹੈ, ਆ ਜਿਹੜੀ ਬਿਮਾਰੀਆਂ ਦੇ ਨਾਂ, COVID-19 ਮੇਰਾ ਰੱਖਿਆ ਦੇ ਨਾਂ, ਦੱਸੋ। ਨਾਮ ਰੱਖਦੇ ਨੇ। ਨਾਮ ਤੋਂ ਬਿਨਾਂ ਕੋਈ ਚੀਜ਼ ਨਹੀਂ ਹੈ। ਚੀਜ਼ ਬਣਦੀ ਹੈ, ਉਹਦੇ ਨਾਲ ਦੀ ਨਾਲ ਨਾਮ ਵੀ ਰੱਖ ਦਿੱਤਾ ਜਾਂਦਾ ਹੈ। ਮੇਜ਼, ਕੁਰਸੀ ਹੈ, ਦੇਖੋ ਨਾਮ ਰੱਖਣ ਲਈ ਕਮਾਲ ਕੀਤੀ ਹੋਈ ਹੈ। ਜੇ ਥੋੜ੍ਹਾ ਬੈਠੇ ਵਿਚਾਰ ਕਰੀਏ ਵੀ ਦੇਖ ਮੇਜ਼ ਹੈ, ਵੀ ਕਿਵੇਂ ਨਾਮ ਰੱਖਿਆ, ਕਿਸ ਚੀਜ਼ ਨੂੰ ਵੇਖ ਕੇ ਮੇਜ਼ ਦਾ ਨਾਮ ਰੱਖਿਆ, ਕਿਸ ਚੀਜ਼ ਨੂੰ ਵੇਖ ਕੇ ਕੁਰਸੀ ਰੱਖਿਆ ਹੈ ਵੀ ਕੁਰਸੀ ਹੈ ਜੀ, ਇਹ ਮੇਜ਼ ਹੈ ਜੀ। ਔਰ ਸਾਰੇ ਮੰਨਦੇ ਨੇ ਹਾਂਜੀ, ਕੁਰਸੀ ਨੂੰ ਵੇਖ ਕੇ ਕਹਿੰਦੇ ਕੀ ਹੈ ਜੀ, ਕਹਿੰਦੇ ਕੁਰਸੀ ਹੈ ਜੀ। ਮੇਜ਼ ਨੂੰ ਵੇਖ ਕੇ ਕਹਿੰਦੇ ਹਾਂਜੀ ਮੇਜ਼ ਹੈ ਜੀ। ਪਰਮਾਤਮਾ ਕਿਉਂਕਿ ਦਿਸਦਾ ਨਹੀਂ, ਉਹਦਾ ਆਕਾਰ ਕੋਈ ਨਹੀਂ ਸੀ, ਉਹਦਾ ਨਾਂ ਰੱਖਣਾ ਨਿਰੰਕਾਰ, ਵੀ ਆਕਾਰ ਹੀ ਕੋਈ ਨਹੀਂ। ਨਾਮ ਤੇ ਕੋਈ ਰੱਖਣਾ ਸੀ ਨਾ, ਨਾਮ ਦੇ ਹਰ ਚੀਜ਼ ਦਾ ਹੁੰਦਾ, ਨਾਮ ਰੱਖਣਾ ਸੀ। ਨਾਮ ਤੇਰਾ ਨਿਰੰਕਾਰ ਹੈ। ਹੇ ਪਰਮਾਤਮਾ, ਤੇਰਾ ਨਾਮ ਹੈ ਨਿਰੰਕਾਰ।
ਨਾਏ ਲੈ, ਨਾਮ ਲੈਣ ਨਾਲ ਨਰਕ ਨਾ ਜਾਈਏ। ਬੰਦਾ ਨਰਕਾਂ 'ਚ ਨਹੀਂ ਜਾਂਦਾ। ਹੇ ਪ੍ਰਮਾਤਮਾ, ਤੇਰਾ ਨਾਮ ਹੈ ਨਿਰੰਕਾਰ, ਅਤੇ ਜਿਹੜਾ ਤੇਰਾ ਨਾਂ ਲੈਂਦਾ ਨਾ ਉਹ ਨਰਕਾਂ 'ਚ ਨਹੀਂ ਜਾਂਦਾ। ਸਭ ਤੋਂ ਵੱਡੀ ਗੱਲ ਇਹ ਆ ਕਿ ਨਰਕ ਕਿਹੋ ਜਿਹੇ ਹੁੰਦੇ ਨੇ। ਆ ਜਿਹੜੇ ਬਹੁਤ ਜ਼ਿਆਦਾ ਗਰੀਬ ਲੋਕ ਨੇ, ਝੁੱਗੀਆਂ ਝੌਂਪੜੀਆਂ ਰਹਿੰਦੇ, ਇਹਨਾਂ ਨੂੰ ਜਾ ਕੇ ਵੇਖ ਲਓ, ਇਹ ਨਰਕ ਹੀ ਹੋਰ ਕੀ। ਕੋਈ ਪੁੱਛੇ ਜੀ ਨਰਕ ਕਿਹੋ ਜਿਹਾ ਹੁੰਦਾ, ਮੈਂ ਝੁੱਗੀਆਂ ਝੌਂਪੜੀ ਚੱਲਿਆ, ਢਹਿ ਕਲੋਨੀ ਚਲੇ ਚਲੋ। ਅੱਜ ਜਿੱਥੇ ਰੋੜੀਆਂ ਕੁੱਟਦੇ ਨੇ ਉਹ ਉਸ ਪਾਸੇ ਚਲੇ ਜਾਓ, ਉਹਨਾਂ ਦੇਖੋ, ਉਹਨਾਂ ਦੇ ਘਰ ਦੇਖੋ, ਉਹਨਾਂ ਦਾ ਜੀਵਨ ਦੇਖੋ, ਤੁਸੀਂ ਕਹੋਗੇ ਇਹੀ ਨਰਕ ਹੈ, ਇਹੀ ਨਰਕ ਹੈ। ਇੱਕ ਅਮੀਰ ਹੈ, ਬਹੁਤ ਵੱਡੀ ਕੋਠੀ 'ਚ ਰਹਿ ਰਿਹਾ ਹੈ, ਕੋਲ ਕਾਰ ਹੈ, ਸਕੂਟਰ ਹੈ, ਮੋਟਰਸਾਈਕਲ ਨੇ, ਆਵਾਜਾਈ ਸਾਰੇ ਸਾਧਨ ਨੇ, ਵਧੀਆ ਕੱਪੜੇ ਪਾ ਰਿਹਾ, ਵਧੀਆ ਖਾ ਪੀ ਰਿਹਾ, ਉਹ ਸਵਰਗ ਹੋਰ ਕੀ ਹੈ, ਉਹ ਸਵਰਗ 'ਚ ਰਹਿ ਰਿਹਾ। ਜਿਹੜਾ ਅਤੀ ਗਰੀਬ ਹੈ ਇਹ ਨਰਕ 'ਚ ਰਹਿ ਰਿਹਾ ਹੈ। ਇੱਥੇ ਵੀ ਨਰਕ ਸਵਰਗ ਹੈ। ਉੱਪਰਲਾ ਤਾਂ ਜੇ ਸਾਡੇ ਜੋ ਕਿਸੇ ਨੇ ਵੇਖਿਆ ਨਹੀਂ ਤਾਂ ਗੁਰਬਾਣੀ ਨਕਸ਼ਾ ਖਿੱਚਦੀ ਹੈ, ਪਰ ਇੱਥੇ ਤਾਂ ਅਸੀਂ ਵੇਖ ਸਕਦੇ ਰੋਜ਼ ਵੇਖ ਸਕਦੇ। ਇੱਕ ਬੰਦੇ ਦੋ ਲੱਤਾਂ ਵੀ ਕੋਈ ਨਹੀਂ, ਦੋ ਬਾਹਾਂ ਵੀ ਕੋਈ ਨਹੀਂ, ਤੇ ਨਰਕੀ ਜੀਵ ਨਹੀਂ ਹੋਰ ਕੀ। ਉਹ ਬਾਹਾਂ ਵੀ ਦੋਨੋਂ ਕੋਈ ਨਹੀਂ, ਲੱਤਾਂ ਵੀ ਦੋਨੋਂ ਕੋਈ ਨਹੀਂ। ਉਹ ਇੱਕ ਰੁੜਨ ਵਾਲੇ ਰੇਹੜੀ ਜੀ ਨੀਵੀਂ ਜੀ ਉਸ ਦੇ ਉੱਤੇ ਬੈਠਾ ਹੁੰਦਾ, ਉਹਨੂੰ ਐ ਰੇਹੜੀ ਜਾਂਦਾ ਅੱਗੇ ਅੱਗੇ। ਇਹੋ ਜਿਹੇ ਜੀਵਨ ਨਰਕੀ ਜੀਵਨ ਹੁੰਦੇ ਹਨ। ਸਾਇੰਸ ਕੁਛ ਕਹੀ ਜਾਵੇ, ਕੈਮਿਸਟ ਕੁਛ ਕਹੀ ਜਾਣ, ਠੀਕ ਹੈ, ਆਮ ਸਿਆਣਾ ਬੰਦਾ ਕੁਝ ਕਹੀ ਜਾਵੇ, ਪਰ ਧਰਮ ਕਹਿੰਦਾ ਇਹ ਆਪਣੇ ਕਰਮ ਹੀ ਭੋਗ ਰਹੇ ਨੇ। ਧਰਮ ਇਹੀ ਕਹਿੰਦਾ ਕਿ ਇਹਨਾਂ ਪਿਛਲੇ ਜਨਮਾਂ 'ਚ ਐਸੇ ਮਾੜੇ ਕਰਮ ਕੀਤੇ ਜਿਸ ਕਰਕੇ ਇਹਨਾਂ ਨੂੰ ਅਤੀ ਗਰੀਬੀ ਮਿਲ ਗਈ ਹੈ ਅਤੇ ਉਹ ਦੂਰ ਨਹੀਂ ਹੋ ਰਹੀ। ਜਿਨ੍ਹਾਂ ਨੇ ਵਿੱਚ ਕੋਈ ਚੰਗੇ ਕੰਮ ਕੀਤੇ ਸਨ ਉਹ ਪੜ੍ਹ ਗਏ, ਪੜ੍ਹ ਕੇ ਨੌਕਰੀਆਂ 'ਤੇ ਲੱਗ ਗਏ, ਉਹ ਉਹਨਾਂ ਕੋਲੋਂ ਨੇ ਛੱਡ ਗਏ, ਹੋਰ ਕਿਤੇ ਘਰ ਪਾ ਲਿਆ। ਉਹ ਹਰ ਕੰਮ ਇਹ ਤਾਂ ਨਰਕ ਹੈ ਵੀ, ਇਹ ਤਾਂ ਨਰਕ ਹੈ, ਇੱਥੇ ਕਿੱਥੇ ਘਰ ਪਾਵਾਂ ਮੈਂ। ਇਸ ਲਈ ਉਹ ਫਿਰ ਹੋਰ ਕਲੋਨੀ ਚਲਿਆ ਜਾਂਦਾ। ਸੋ ਕਹਿੰਦੇ ਨਾਉ ਤੇਰਾ ਨਿਰੰਕਾਰ ਹੈ, ਨਾਏ ਲੈ ਨਰਕ ਨਾ ਜਾਈਏ। ਹੇ ਪ੍ਰਮਾਤਮਾ, ਤੇਰਾ ਨਾਮ ਨਿਰੰਕਾਰ ਹੈ, ਤੇਰਾ ਨਾਮ ਲੈਣ ਨਾਲ ਮਨੁੱਖ ਨਰਕਾਂ ਨੂੰ ਨਹੀਂ ਜਾਂਦਾ। ਜੀਓ ਪਿੰਡ ਸਭ ਤਿਸ ਦਾ, ਜੀਓ ਮੈਨੇ ਜਿੰਦ, ਪਿੰਡ ਮੈਨੇ ਸਰੀਰ। ਇਹ ਸਾਰੇ ਜਿੰਦ, ਇਹ ਸਰੀਰ ਸਭ ਪਰਮਾਤਮਾ ਦਾ ਦਿੱਤਾ ਹੋਇਆ ਹੈ। ਦੇ ਖਾਜੈ, ਉਹ ਦਿੰਦਾ ਸਾਨੂੰ ਖਾਣ ਨੂੰ, ਉਹ ਖਾਣ ਨੂੰ ਦਿੰਦਾ। ਆਖ ਗਵਾਈਏ, ਪਰ ਅਸੀਂ ਕਹਿੰਦੇ ਤਾਂ ਕਮਾ ਕੇ ਖਾਂਦੇ ਹਾਂ ਜੀ, ਇਸ ਨੂੰ ਦਿੱਤਾ ਹੋਇਆ ਐਵੇਂ ਚਲਾ ਜਾਂਦਾ, ਉਹ ਵਿਅਰਥ ਚਲਿਆ ਗਿਆ, ਉਹਦੀ ਅਸੀਂ ਕੀਮਤ ਹੀ ਨਹੀਂ ਪਾਈ। ਕੋਈ ਸਾਡੀ ਸਹਾਇਤਾ ਕਰਦਾ, ਅਸੀਂ ਤਾਂ ਧੰਨਵਾਦ ਹੀ ਨਹੀਂ ਕਰਦੇ। ਇਹਦਾ ਮਤਲਬ ਅਸੀਂ ਉਹਦੀ ਸਹਾਇਤਾ ਦੀ ਕੋਈ ਕੀਮਤ ਨਹੀਂ ਪਾਈ। ਮੇਰੇ ਕੋਲ ਕਈ ਆਉਂਦੇ ਨੇ, ਸਾਡੇ ਘਰ ਪੁੱਤਰ ਹੋ ਜਾਏ, ਹੁਣ ਤਾਂ ਮੈਂ ਅਰਦਾਸ ਕਰਨੋਂ ਹਟ ਗਿਆ ਪੁੱਤਰਾਂ ਦੀ, ਪਹਿਲਾਂ ਮੈਂ ਕਰ ਦਿੰਦਾ। ਪੁੱਤਰ ਹੋ ਗਿਆ, 8 ਮਹੀਨੇ ਆਏ ਨਹੀਂ, ਨਾ ਕੋਈ ਟੈਲੀਫੋਨ ਕੀਤਾ ਧੰਨਵਾਦ ਦਾ, ਨਾ ਕੋਈ ਵੈਸੇ ਵੀ ਚਲੋ ਧੰਨਵਾਦ ਹੀ ਕਰਦੀ, ਬਾਬਾ ਜੀ ਤੁਹਾਡੀ ਬੜੀ ਕਿਰਪਾ ਹੋ ਗਈ ਹੈ ਵੀ ਪੁੱਤਰ ਹੋ ਗਿਆ ਜੀ। 8 ਮਹੀਨੇ ਬਾਅਦ ਆ ਕਿਵੇਂ ਆਇਆ ਜੀ? ਜੇ ਤੁਹਾਡਾ ਧੰਨਵਾਦ ਕਰਨਾ ਹੈ। ਮੈਂ ਕਿਹਾ ਝੂਠ ਬੋਲਦੇ ਹੋ, ਇਹ ਪੁੱਤਰ ਹੋਏ ਨੂੰ ਕਿੰਨੇ ਮਹੀਨੇ ਹੋਏ? ਕਹਿੰਦੇ ਜੀ 8 ਮਹੀਨੇ ਹੋ ਗਏ। ਮੈਂ 8 ਮਹੀਨੇ ਤਾਂ ਤੁਸੀਂ ਧੰਨਵਾਦ ਨਹੀਂ ਕੀਤਾ, ਹੁਣ ਤੁਹਾਨੂੰ ਅਗਲਾ ਕੰਮ ਹੈ, ਤੁਸੀਂ ਅਗਲੇ ਕੰਮ ਆਏ ਹੋ। ਇਹ ਤਾਂ ਮੈਂ ਬਹਾਨਾ ਹੈ ਜੀ ਧੰਨਵਾਦ ਕਰਨਾ ਹੈ। ਸਵਾਤੀ ਪੁੱਤਰ ਹੁੰਦੇ ਸਾਰੇ ਮੈਨੂੰ ਟੈਲੀਫੋਨ ਕਰਦੇ, ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਪੁੱਤਰ ਹੋਇਆ ਜੀ, ਵਧਾਈਆਂ ਜੀ। ਹੈ ਫਿਰ ਸਹੀ ਗੱਲ, ਮੈਂ ਹੁਣ ਸੱਚੋ ਸੱਚ ਕਿਵੇਂ ਆ ਕਿ ਜੀ ਆਹ ਕੰਮ ਆਏ। ਮੈਂ ਹਾਂ, ਲੋਕ ਧੰਨਵਾਦ ਕਰਨਾ ਵੀ ਨਹੀਂ ਜਾਣਦੇ ਵੀ ਧੰਨਵਾਦ। ਅੰਗਰੇਜ਼ਾਂ 'ਚ ਸਿਫਤ ਹੈ, ਦੋ ਕੰਮ ਉਹਨਾਂ ਨੂੰ ਆਉਂਦੇ ਨੇ। ਤੁਸੀਂ ਥੋੜ੍ਹੀ ਜਿਹੀ ਵੀ ਸਹਾਇਤਾ ਉਹਨਾਂ ਦੀ ਕਰ ਦਿਓ, ਉਹ ਤਾਂ ਕਹਿਣਗੇ ਥੈਂਕ ਯੂ ਸਰ, ਥੈਂਕ ਯੂ ਮੈਡਮ, ਜੋ ਵੀ ਹੈ।
ਰਤੀ ਵੀ ਉਹਨਾਂ ਤੋਂ ਗਲਤੀ ਹੋਈ, ਕਹਿੰਦੇ ਸੌਰੀ ਸਰ, ਸੌਰੀ ਮੈਡਮ, ਮੁਆਫੀ ਮੰਗਦੇ, ਨਾਲ ਦੀ ਨਾਲ ਮੁਆਫੀ ਮੰਗਦੇ, ਅਤੇ ਨਾਲ ਦੀ ਨਾਲ ਮੁਆਫੀ ਮੰਗਦੇ ਨੇ, ਨਾਲ ਦੀ ਨਾਲ ਧੰਨਵਾਦ ਕਰਦੇ ਨੇ। ਅਸੀਂ ਅਕਿਰਤ ਕਣ ਹਾਂ, ਅਸੀਂ ਅਕਿਰਤ ਕਣ ਹਾਂ। ਇਸ ਲਈ ਗੁਰੂ ਮਹਾਰਾਜ ਦੇ ਖਾਜੈ ਆਖ ਗਵਾਈਏ, ਦੇ ਤਾਂ ਉਹ ਰਿਹਾ, ਖਾ ਅਸੀਂ ਰਹੇ ਹਾਂ, ਅਤੇ ਫਿਰ ਕਹੇ ਨਹੀਂ ਅਸੀਂ ਤਾਂ ਆਪ ਕਮਾ ਕੇ ਖਾ ਰਹੇ ਹਾਂ। ਉਹ ਸਾਰਾ ਕੀਤਾ ਕਰਿਆ ਅਸੀਂ ਗਵਾ ਲੈਂਦੇ। ਜੇ ਲੋੜ ਹੈ ਚੰਗਾ ਆਪਣਾ, ਕਰ ਪੁੰਨੋ ਨੀਚ ਸਦਾਈਏ। ਜੇ ਚਾਹੁੰਦਾ ਕਿ ਤੇਰਾ ਭਲਾ ਹੋਵੇ ਤਾਂ ਪੁੰਨ ਕਰਮ ਕਰਕੇ ਵੀ ਆਪਣੇ ਆਪ ਨੂੰ ਕਹਿ ਮੈਂ ਤੇ ਨਿਮਾਣਾ ਨਿਤਾਣਾ ਹਾਂ, ਮੈਂ ਕੁਝ ਕਰਨ ਜੋਗਾ ਨਹੀਂ, ਇਹ ਤਾਂ ਦਾਤੇ ਦੀ ਕਿਰਪਾ ਹੋਈ ਹੈ, ਉਹਨੇ ਇਹ ਕਰਵਾ ਲਿਆ ਹੈ। ਹੁੰਦੀ ਉਹਦੀ ਕਿਰਪਾ ਹੈ, ਹੁੰਦੀ ਉਸੇ ਦੀ ਕਿਰਪਾ। ਕਈ ਵਾਰੀ ਆਪਣੇ ਕੋਲ ਪੈਸੇ ਹੁੰਦੇ ਨੇ, ਆਪਾਂ ਦਾਨ ਨਹੀਂ ਕਰਦੇ। ਕਈ ਵਾਰੀ ਥੋੜ੍ਹੇ ਹੁੰਦੇ ਫਿਰ ਵੀ ਆਪਾਂ ਦਾਨ ਕਰ ਦਿੰਦੇ ਹਾਂ। ਜਦੋਂ ਅਸੀਂ ਸਤੋਗੁਣੀ ਹੁੰਦੇ ਹਾਂ, ਕਿਸੇ ਲਾਚਾਰ ਬੰਦੇ ਵੇਖ ਕਿਸੇ ਨੂੰ ਤਰਸ ਆ ਜਾਂਦਾ ਵੀ ਯਾਰ ਚਲੋ ਬਾਹਾਂ ਵੀ ਕੋਈ ਨਹੀਂ, ਲੱਤਾਂ ਵੀ ਕੋਈ ਨਹੀਂ, ਵਿਚਾਰ ਰੋਟੀ ਤਾਂ ਖਾਣੀ, ਚਲੋ ਦੇ ਜੋ 2-4 ਆਨੇ, ਰੁਪਈਆ 2 ਰੁਪਏ ਜੋ ਹੈ ਦੇ ਦਿਓ। ਕਈ ਵਾਰ ਕਹਿੰਦੇ ਇਹ ਆਪਣੇ ਕਰਮ ਭੋਗ ਰਿਹਾ, ਅਸੀਂ ਠੇਕਾ ਲੈ ਰੱਖੇ। ਇੱਕ ਐਸਾ ਧਰਮ ਵੀ ਹੈ ਪੰਜਾਬ 'ਚ। ਹੁਣ ਟੀਚਰ ਮੇਰੇ ਨਾਲ ਲੱਗਾ ਸੀ, ਕਹਿੰਦਾ ਸਾਡਾ ਗੁਰੂ ਕਹਿੰਦਾ ਕਿਸੇ ਦੀ ਕੋਈ ਸਹਾਇਤਾ ਨਹੀਂ ਕਰਨੀ ਚਾਹੀਦੀ, ਕਿਸੇ ਮੰਗਤੇ ਕਿਸੇ ਦੀ। ਮੈਂ ਕਿਉਂ? ਕਹਿੰਦੇ ਸਾਡਾ ਗੁਰੂ ਕਹਿੰਦੇ ਆਪਣੇ ਕਰਮ ਭੋਗ ਰਹੇ ਨੇ, ਤੁਸੀਂ ਕੌਣ ਇਹਦੇ ਕਰਮਾਂ ਦੀ ਖੱਲਲ ਪਾਉਣ ਵਾਲੇ? ਭੋਗ ਹੀ ਜਾਂਦੇ ਨੂੰ, ਗਰੀਬੀ ਭੋਗ ਰਿਹਾ, ਕੋਈ ਸਹਾਇਤਾ ਨਹੀਂ ਕਰਨੀ, ਭੁੱਖਾ ਨੰਗਾ ਰਹਿਣ ਦੇ, ਭੁੱਖਾ ਨੰਗਾ, ਇਹਦੀ ਕੋਈ ਸਹਾਇਤਾ ਨਹੀਂ ਕਰਨੀ। ਭੋਗ ਕਰਮ ਆਪਣੇ, ਵੀ ਕਰਮ ਭੋਗ ਆਪਣੇ, ਭੋਗ ਰਿਹਾ ਕਰਮ। ਅਸੀਂ ਕਿਉਂ ਤੇਰੀ ਸਹਾਇਤਾ ਕਰੀ ਜੋ ਤੇਰੇ ਭਾਗਾਂ ਗਰੀਬੀ ਲਿਖੇ, ਭੋਗ ਗਰੀਬੀ। ਮੈਂ ਵੀ ਸਿੱਖ ਧਰਮ 'ਤੇ ਲਿਖਿਆ ਹੋਇਆ ਕਿ ਭਾਈ ਆਪਣਾ ਦਸਵੰਧ ਜਿਹੜਾ ਹੈ ਉਹ ਲੋੜਵੰਦਾਂ ਦੀ ਸਹਾਇਤਾ 'ਤੇ ਲਾਉਣਾ ਹੈ। ਤੁਹਾਨੂੰ ਸਿੱਧੇ ਲੋੜਵੰਦ ਨਹੀਂ ਲੱਭਦੇ, ਗੁਰਦੁਆਰਾ ਸਾਹਿਬ ਮੰਦਰ ਜਿੱਥੇ ਤੁਸੀਂ ਦੇ ਆਓ, ਉਹ ਆਪਣੇ ਲੋੜ ਅਨੁਸਾਰ ਤੁਹਾਡੇ ਮਾਇਆ ਵਰਤ ਲੈਣਗੇ। ਬਾਕੀ ਡਾਊਟ ਨਹੀਂ ਕਰਨਾ ਜੀ ਸਾਡੇ ਪੈਸੇ ਖਾ ਜਾਣਗੇ ਜੀ, ਇਹ ਪਤਾ ਨਹੀਂ ਵਰਤਣਗੇ ਕਿ ਨਹੀਂ ਵਰਤਣਗੇ। ਤੁਸੀਂ ਗੁਰੂ ਨੂੰ ਦੇ ਕੇ ਆਓ, ਕਮੇਟੀ ਨੂੰ ਨਹੀਂ ਦੇ ਕੇ ਆਏ। ਤੁਸੀਂ ਮਾਇਆ ਗੁਰੂ ਦੀ ਗੋਲਕ 'ਚ ਪਾਈ ਹੈ, ਇਹ ਗੁਰੂ ਦੀ ਹੋ ਗਈ ਹੈ। ਕਮੇਟੀ ਉਹਨੂੰ ਗਲਤ ਵਰਤਦੀ, ਆਪੇ ਛਿੱਤਰ ਖਾਏਗੀ ਜਾ ਕੇ। ਉਹ ਧਰਮਰਾਜ ਬੈਠਾ ਵੀ ਸੰਗਤ ਨੇ ਮਾਇਆ ਦਿੱਤੀ ਗੁਰਦੁਆਰੇ 'ਤੇ ਲਾਉਣ ਲਈ, ਲੋਕਾਂ ਦੇ ਭਲੇ 'ਤੇ ਲਾਉਣ ਲਈ, ਤੁਸੀਂ ਆਪਣੀਆਂ ਜੇਬਾਂ 'ਚ ਪਾਈ ਗਏ ਹੋ। ਉਹ ਤਾਂ ਫਿਰ ਹੈਗਾ ਨਾ ਸਭ ਕੁਛ, ਹਿਸਾਬ ਕਿਤਾਬ ਤਾਂ ਹੋਣਾ ਹੀ ਹੋਣਾ। ਉਹ ਜੇ ਜਦੋਂ ਮੁੜ ਕੇ ਜਨਮ ਲੈਣਗੇ ਫਿਰ ਦੇ ਹੁਣ ਬੜੋ ਮੰਗਤੇ ਵੇ, ਖਾਈ ਜੋ ਧੱਕੇ ਹੁਣ ਤੁਸੀਂ। ਸੋ ਪੁੰਨ ਕਰਕੇ ਵੀ ਵਿਖਾਵਾ ਨਹੀਂ ਕਰਨਾ, ਹਉਮੈ ਨਹੀਂ ਕਰਨੀ ਕਿ ਮੈਂ ਪੁੰਨ ਕੀਤਾ ਹੈ। ਪਹਿਲਾ ਰਿਵਾਜ਼ ਸੀ ਪੱਖਾ ਦਾਨ ਕੀਤਾ, ਹੇਠ ਸਰਦਾਰ ਜੈਮਲ ਸਿੰਘ ਭਿੰਡਰ ਨੇ ਪੱਖਾ ਦਾਨ ਕੀਤਾ, ਫਲਾਣੇ ਨੇ ਆਹ ਕੀਤਾ, ਫਲਾਣੇ ਨੇ ਆਹ ਕਮਰਾ ਬਣਾ ਕੇ ਦਿੱਤਾ। ਹਾਂਜੀ, ਹੁਣ ਥੋੜ੍ਹੇ ਰਿਵਾਜ਼ ਘੱਟ ਗਿਆ ਹੈ, ਨਹੀਂ ਤਾਂ ਪਹਿਲਾਂ ਪੱਥਰ ਲਵਾਉਂਦੇ ਹੁੰਦੇ ਸਨ। ਗੁਰਦੁਆਰੇ 'ਚ ਕਈਆਂ ਦੇ ਪੱਥਰ ਲੱਗੇ ਨੇ ਪੁਰਾਣੇ ਜ਼ਮਾਨੇ ਦੇ, ਇਹਨੇ 1100 ਦਿੱਤਾ, 101 ਰੁਪਏ ਦਿੱਤਾ, ਇਸ ਤਰ੍ਹਾਂ। ਹੁਣ ਉਹ ਰਿਵਾਜ਼ ਹਟ ਗਿਆ ਹੈ ਬਈ ਲੋਕ ਵਿਖਾਵਾ ਨਹੀਂ ਕਰਨਾ। ਸੋ ਕਹੇ ਜੇ ਲੋੜ ਹੈ ਚੰਗਾ ਆਪਣੇ, ਜੇ ਚਾਹੁੰਦਾ ਕਿ ਮੇਰਾ ਚੰਗ ਭਲਾ ਹੋਵੇ, ਕਰ ਪੁੰਨੋ ਨੀਚ ਦੇ, ਪੁੰਨ ਕਰਕੇ ਵੀ ਆਪਣੇ ਆਪ ਨੂੰ ਨਿਮਾਣਾ ਨਿਤਾਣਾ ਕਹਾਓ। ਜੇ ਜਰਵਾਣਾ ਪਰ ਹਰੈ, ਜਰ ਵੇਸ ਕਰੇਂਦੀ ਆਈਏ। ਜਰਵਾਣਾ ਇੱਥੇ ਭਾਵ ਹੈ ਵੀ ਵਾਲ ਅੱਗੇ ਚਿੱਟੇ ਹੋ ਗਏ, ਚਿੱਟੇ ਵਾਲ ਹੋ ਗਏ, ਇਹਨੂੰ ਕਿ ਦੂਰ ਕਰਦੇ, ਕੋਈ ਕਾਲ ਖਿਲਾ ਲੈਂਦਾ ਹੈ, ਕੀ ਉਹਨੂੰ ਕਹਿੰਦੇ ਨੇ ਡਾਈ ਕਰਨਾ। ਬੁਢਾਪਾ ਨੂੰ ਦਬਾਉਣ ਲਈ ਡਾਈ ਕੀਤੇ ਜਾਂਦੇ ਵਾਲ ਵੀ ਅਸੀਂ ਜਵਾਨ ਲੱਗੀਏ, ਪਰ ਚਿਹਰੇ ਤੋਂ ਤਾਂ ਪਤਾ ਲੱਗ ਜਾਂਦਾ ਬੁਢਾਪਾ, ਬੁੱਢਾ ਹੈ। ਚਿਹਰਾ ਦੱਸ ਦਿੰਦਾ ਕਿ ਬੁੱਢਾ ਹੈ, ਵਾਲ ਭਾਵੇਂ ਇਸਨੇ ਕਾਲੇ ਕੀਤੇ ਨੇ। ਜੇ ਜਰਵਾਣਾ ਪਰ ਹਰੈ, ਜਰ ਵੇਸ ਕਰੇਂਦੀ ਆਈ ਹੈ। ਬੁਢਾਪਾ ਹੋਰ ਤਰੀਕੇ ਨਾਲ ਆ ਜਾਂਦਾ ਹੈ। ਜੇ ਬੁਢਾਪੇ ਨੂੰ ਦੂਰ ਕਰਨ ਦੀ ਕੋਸ਼ਿਸ਼ ਵੀ ਕਰੋਗੇ ਤਾਂ ਬੁਢਾਪੇ ਨੂੰ ਤਾਂ ਹੋਰ ਤਰੀਕੇ ਨਾਲ ਆ ਹੀ ਜਾਣਾ ਹੈ। ਕੋ ਰਹਿ ਨਾ ਭਰੀਏ ਪਾਈਏ, ਪਾਈਏ ਹੁੰਦਾ ਪਿਆਲਾ, ਸਵਾਸਾਂ ਦਾ ਪਿਆਲਾ ਜਦੋਂ ਭਰ ਜਾਂਦਾ ਨਾ ਫਿਰ ਕੋਈ ਨਹੀਂ ਸੰਸਾਰ 'ਚ ਰਹਿੰਦਾ, ਫਿਰ ਡੈਥ ਹੋ ਜਾਂਦੀ। ਪੜੋਪੀ ਵੀ ਕਹਿੰਦੇ ਸੀ ਪਾਕਿਸਤਾਨ 'ਚ ਇਸਨੂੰ ਪਾਈਏ ਨੂੰ, ਭਾਵ ਸਵਾਸ ਜਦੋਂ ਪੂਰੇ ਹੋ ਜਾਂਦੇ ਨੇ ਫਿਰ ਕੋਈ ਇਸ ਸੰਸਾਰ 'ਤੇ ਨਹੀਂ ਰਹਿ ਸਕਦਾ, ਸਭ ਨੇ ਇੱਥੋਂ ਚਲੇ ਜਾਣਾ ਹੁੰਦਾ ਹੈ। ਇਸ ਲਈ ਕਹਿੰਦੇ ਭਾਈ ਜਿਹੜਾ ਸਮਾਂ ਮਿਲਿਆ ਹੈ
ਸ਼ੁਭ ਕਰਮ ਕਰੋ, ਨਾਮ ਜਪੋ। ਇਹ ਤੱਤਸਾਰ ਹੈ। ਸਿੱਖ ਧਰਮ ਦਾ ਤੱਤਸਾਰ ਯਾਦ ਰੱਖਣਾ ਹੈ। ਸ਼ੁਭ ਕਰਮ ਕਰੋ, ਨਾਮ ਜਪੋ। ਤੁਹਾਨੂੰ ਕੋ ਪੁੱਛਦੇ ਸਾਰੇ ਗੁਰੂ ਗ੍ਰੰਥ ਸਾਹਿਬ ਤੁਸੀਂ ਇੱਕੋ ਲਾਈਨ 'ਚ ਦੱਸੋ ਜੀ, ਤਾਂ ਤੁਸੀਂ ਕਹਿਣਾ ਸ਼ੁਭ ਕਰਮ ਕਰੋ, ਨਾਮ ਜਪੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।